ਕਿੰਨੀ ਕੁ ਕੀਮਤ ਕਹਿੰਦੇ ਨੇ ਕਾਠ ਦੀ ਰੋਟੀ, ਹਾਲਾਂਕਿ ਉਸਦੀ ਕੋਈ ਕੀਮਤ ਨਹੀਂ ਹੈ ਪਰ ਫਿਰ ਵੀ ਲੋਕ ਕਿੰਨੀ ਕੁ ਕੀਮਤ ਐਕਚੁਅਲੀ 1.5 ਲੱਖ ਤਾਂ ਉਸ ਦਾ ਲੱਗ ਚੁੱਕਿਆ ਵੀ 1.5 ਲੱਖ ਤੱਕ ਅਸੀਂ ਦੇ ਸਕਦੇ ਹਾਂ ਇਸ ਦਾ ਕਾਠ ਦੀ ਰੋਟੀ। ਕਾਠ ਦੀ ਰੋਟੀ ਦਾ। ਹਾਂਜੀ, ਇਹ ਕੀ ਹੈ ਤੁਹਾਡੀ ਇਹ ਕਾਠ ਦੀ ਰੋਟੀ ਦੇ ਪਿੱਛੇ ਕੀ ਕਹਾਣੀ ਹੈ? ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਇਹ ਬਿਆਨ ਕਰਦੀ ਹੈ, ਜਿਹੜੇ ਉਹਨਾਂ ਦੇ ਸੁਨੇਹੇ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਮਿਸਿਸ ਨੇ ਕਿਚਨ ਦੇ ਵਿੱਚ ਰੋਟੀ ਬਣਾ ਰਹੀ ਸੀ, ਮੈਂ ਵੀ ਕੋਲ ਖੜਾ ਸੀ ਉਹਨਾਂ ਦੇ, ਤੇ ਐਕਚੁਅਲੀ ਉਸੇ ਟਾਈਮ ਹੀ ਮੈਂ ਉਹਨਾਂ ਨੂੰ ਕਿਹਾ, ਮੈਂ ਵੀ ਤੁਸੀਂ ਰੋਟੀ ਬਣਾ ਰਹੀ ਸੀ ਉਹ ਬੇਲਣ ਦੇ ਨਾਲ, ਮੈਂ ਉਹਨਾਂ ਤੋਂ ਰੋਟੀ ਫੜ ਲਈ, ਮੈਂ ਕਿਹਾ ਰੋਟੀ ਤੁਸੀਂ ਮੈਨੂੰ ਦੇ ਦਿਓ ਵੀ ਤੁਸੀਂ ਅਗਲੀ ਰੋਟੀ ਬਣਾਓ। ਮੋਲਡਿੰਗ ਕਰਕੇ ਇਸ ਨੂੰ ਫਿਰ ਤਵੇ ਦੇ ਉੱਤੇ ਪਕਾਇਆ ਗਿਆ। ਨੈਚੁਰਲ ਰੋਟੀ ਆ, ਕਣਕ ਦੀ ਰੋਟੀ ਆ। ਤੈਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਸੀ, ਤੈਨੂੰ ਇੱਕ ਹੋਰ ਬੜਾ ਖੂਬਸੂਰਤ ਰੂਪ ਉੱਥੇ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣਾ ਲਾਸਟ ਸਮਾਂ ਸੀ ਜੋ ਕਰਤਾਰਪੁਰ ਦੇ ਵਿੱਚ ਰਹਿ ਕੇ ਖੇਤਾਂ ਦੇ ਵਿੱਚ ਬਿਤਾਇਆ, ਔਰ ਉਹ ਵੀ ਇੱਕ ਕਿਸਾਨ ਦੇ ਰੂਪ ਵਿੱਚ ਉਹਨਾਂ ਨੇ ਵੀ ਮਿਹਨਤ ਕੀਤੀ ਆ ਔਰ ਹਲ ਚਲਾਇਆ, ਔਰ ਉਹੀ ਰੋਟੀ ਉਹਨਾਂ ਨੇ ਵੰਡ ਕੇ ਵੀ ਛਕੀ ਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਰੋਟੀ ਖਾਣੀ ਬਹੁਤ ਸੌਖੀ ਹੈ, ਸ਼ਾਇਦ ਪਕਾਣੀ ਉਨੀ ਸੌਖੀ ਨਹੀਂ ਹੈ। 35 ਦੇ ਉੱਤੇ ਅੰਗਰੇਜ਼ੀ ਭਾਰੀ ਪੈ ਰਹੀ ਹੈ, ਕਹਿ ਲਓ ਕਿ 35 ਦੇ ਉੱਤੇ ਆਇਲਸ ਭਾਰੀ ਪੈ ਰਹੀ ਹੈ, ਕੁਛ ਇੱਦਾਂ ਦੀ ਹੀ ਹੈ ਤਸਵੀਰ। ਇੱਕ ਇੰਗਲਿਸ਼ ਭਾਰੀ ਪੈ ਰਹੀ ਆ ਜੋ ਡੋਮੀਨੇਟ ਕਰ ਰਹੀ ਆ, ਕਲਰ ਦੇ ਵਿੱਚ ਡੋਮੀਨੇਟ ਕਰ ਰਹੀ ਆ। ਉਹਦੇ ਵਿੱਚ ਜੋ ਸਾਡੀ ਫੱਟੀ ਸੀ, ਉਹ ਇੱਕ ਲਿਖਣੇ ਵਾਲੀ ਜੋ ਜਿੱਥੋਂ ਸਾਡੀ ਮੀਨਸ ਸਟੱਡੀ ਸਟਾਰਟ ਹੁੰਦੀ ਆ, ਡੋਮੀਨੇਟ ਜਦੋਂ ਇਹਨੇ ਕੀਤਾ ਤਾਂ ਇਹ ਇੱਕ ਐਰੋਪਲੇਨ ਦੇ ਰੂਪ ਵਿੱਚ ਬਾਹਰ ਜਾ ਰਹੀ ਆ। ਹਥਿਆਰ ਦੇ ਨਾਲ ਜਿਹੜੀਆਂ ਇਹ ਸੰਗਲਾਂ ਨਾਲ ਇਸ ਨੂੰ ਬੰਨਿਆ ਹੋਇਆ, ਇਹ ਕੀ ਦਿਖਾਉਣਾ ਚਾਹੁੰਦੇ ਹੋ, ਕੀ ਸ਼ੋਅ ਕਰਨਾ ਚਾਹੁੰਦੇ ਹੋ? ਬਾਰਡਰ ਲਾਈਨ ਦੇ ਉੱਤੇ ਮੇਰਾ ਇੱਥੇ ਕਨਸੈਪਟ ਸੀ ਵੀ ਸਾਨੂੰ ਤਾਰ ਆ ਜਿਹੜੀ ਬਾਰਡਰ ਲਾਈਨ ਤੇ ਲਾਉਣ ਦੀ ਜ਼ਰੂਰਤ ਨਹੀਂ ਆ, ਸਾਨੂੰ ਗਨ ਨੂੰ ਬੰਨਣ ਦੀ ਜ਼ਰੂਰਤ ਆ। ਜੇਕਰ ਅਸੀਂ ਗਨ ਨੂੰ ਬੰਨ ਲੈਂਦੇ ਆ, ਮੰਨ ਲਓ ਕਿਸੇ ਨੂੰ ਅਸੀਂ ਗਨ ਦਾ ਲਾਇਸੈਂਸ ਹੀ ਨਹੀਂ ਦਿੰਦੇ, ਜਾਂ ਗਨ ਦੀਆਂ ਫੈਕਟਰੀਆਂ ਨਹੀਂ ਬਣਾਉਂਦੇ, ਜਾਂ ਅਸੀਂ ਬੰਬ ਹੀ ਨਹੀਂ ਤਿਆਰ ਕਰਦੇ, ਤਾਂ ਕਿੰਨੇ ਕੁ ਲੋਕ ਨੇ ਸਾਨੂੰ ਮਾਰ ਦੇਣਗੇ। ਅੱਜ ਅਸੀਂ ਸਾਡੇ ਆਪਣੇ ਪੰਜਾਬੀ ਕਲਚਰ ਦੇ ਵਿੱਚ ਵੀ ਦੇਖੀਏ ਤਾਂ ਗਨ ਦੇ ਸ਼ਬਦ ਯੂਜ਼ ਕੀਤੇ ਜਾਂਦੇ ਨੇ, ਤਾਂ ਗਨ ਨੂੰ ਅਸੀਂ ਉਹਦੇ ਵਿੱਚ ਗਨ ਨੂੰ ਕੀ ਲੈਂਦੇ ਨੇ, ਅਧੂਰੇ ਨੇ ਦੇ ਵਿੱਚ ਹਥਿਆਰ ਦਾ। ਹਾਂ, ਹਥਿਆਰਾਂ ਦੀ ਗੱਲ ਹੋ ਰਹੀ ਹੈ ਉੱਥੇ, ਨਾਨ ਵਾਇਲੈਂਸ ਦੀ ਕੋਈ ਗੱਲ ਹੀ ਨਹੀਂ ਹੋ ਰਹੀ, ਹਥਿਆਰਾਂ ਨੂੰ ਲੈ ਕੇ ਗੱਲ ਹੋ ਰਹੀ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਹੁਨਰ ਸਭ ਕੋਲ ਹੁੰਦਾ ਹੈ, ਕਿਸੇ ਦਾ ਛਪ ਜਾਂਦਾ ਹੈ ਤੇ ਕਿਸੇ ਦਾ ਛੁਪ ਜਾਂਦਾ ਹੈ। ਹੁਨਰ ਤੇ ਕਲਾ ਦੀਆਂ ਅੱਜ ਬਹੁਤ ਸੋਹਣੀਆਂ, ਬੜੀਆਂ ਹੀ ਖੂਬਸੂਰਤ ਤਸਵੀਰਾਂ ਅੱਜ ਤੁਹਾਨੂੰ ਮੇਰੇ ਕੈਮਰਾਮੈਨ ਵਿੱਕੀ ਦਿਖਾਉਣਗੇ, ਤੇ ਇਸ ਕਲਾ ਦੇ ਪਿੱਛੇ, ਇਸ ਹੁਨਰ ਦੇ ਪਿੱਛੇ ਜੋ ਖੂਬਸੂਰਤ ਸੋਚ ਹੈ, ਉਹਨਾਂ ਦੇ ਨਾਲ ਵੀ ਮੁਲਾਕਾਤ ਕਰਾਂਗੇ। ਜਸਵਿੰਦਰ ਸਿੰਘ ਮਹਿੰਦੀਪੁਰ ਮੇਰੇ ਨਾਲ ਮੌਜੂਦ ਨੇ। ਇਹ ਜੋ ਸਕਲਪਚਰਸ ਤੁਸੀਂ ਦੇਖ ਰਹੇ ਹੋ, ਇਹਨਾਂ ਦੀ ਆਪਣੀ ਹੀ ਇੱਕ ਕਹਾਣੀ ਹੈ, ਉਹ ਕਹਾਣੀ ਅੱਜ ਜਾਣਾਂਗੇ। ਤੇ ਸਭ ਤੋਂ ਖੂਬਸੂਰਤ ਗੱਲ, ਅਸੀਂ ਅੱਜ ਸਭ ਤੋਂ ਯੂਨੀਕ ਵੱਖਰੀ ਇੱਕ ਗੱਲ ਕਰਨ ਆਏ ਹਾਂ ਇੱਥੇ ਕਾਠ ਦੀ ਰੋਟੀ ਬਾਰੇ। ਇਸ ਦੇ ਪਿੱਛੇ ਕੀ ਕਹਾਣੀ ਹੈ, ਸਭ ਤੋਂ ਪਹਿਲਾਂ ਉਹ ਕਹਾਣੀ ਸੁਣਾਂਗੇ, ਤੇ ਉਸ ਤੋਂ ਬਾਅਦ ਹੌਲੀ ਹੌਲੀ ਹਰ ਸਕਲਪਚਰ ਦੇ ਕੋਲ ਜਾ ਕੇ ਉਸ ਸਕਲਪਚਰ ਦੇ ਪਿੱਛੇ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬ। ਬਹੁਤ ਬਹੁਤ ਧੰਨਵਾਦ ਡੇਲੀ ਪੋਸਟ ਮੈਮ। ਇਹ ਕੀ ਹੈ ਤੁਹਾਡੀ ਇਹ ਕਾਠ ਦੀ ਰੋਟੀ ਦੇ ਪਿੱਛੇ ਕੀ ਕਹਾਣੀ ਹੈ? ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਇਹ ਬਿਆਨ ਕਰਦੀ ਹੈ, ਜਿਹੜੇ ਉਹਨਾਂ ਦੇ ਸੁਨੇਹੇ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜੀ, ਐਕਚੁਅਲੀ ਜਦੋਂ ਤੇ ਕਿਸਾਨਾਂ ਨੇ ਧਰਨੇ ਲਾਉਣੇ ਸਟਾਰਟ ਕੀਤੇ ਨੇ, ਜਦੋਂ ਤੇ ਬਿੱਲ ਪਾਸ ਹੋਏ ਨੇ ਇਹ, ਔਰ ਇਹ ਆਪਣੇ ਜਦੋਂ ਤੇ ਇਹਨਾਂ ਨੇ ਬਾਰਡਰ ਵੱਲ ਆਪਣਾ ਮਾਰਚ ਕੀਤਾ, ਤਾਂ ਉਸ ਦਿਨ ਤੋਂ ਇਹ ਰੋਟੀ ਉਸੇ ਦਿਨ ਹੀ ਬਣੀ ਸੀ। ਤੇ ਜਦੋਂ ਸਾਡੇ ਘਰੇ ਬਣ ਰਹੀ, ਹਾਂਜੀ ਘਰ ਬਣ ਰਹੀ ਸੀ, ਮੈਡਮ ਮਿਸਿਸ ਨੇ ਕਿਚਨ ਦੇ ਵਿੱਚ ਰੋਟੀ ਬਣਾ ਰਹੀ ਸੀ, ਮੈਂ ਵੀ ਕੋਲ ਖੜਾ ਸੀ ਉਹਨਾਂ ਦੇ, ਤੇ ਐਕਚੁਅਲੀ ਉਸੇ ਟਾਈਮ ਹੀ ਮੈਂ ਉਹਨਾਂ ਨੂੰ ਕਿਹਾ, ਮੈਂ ਵੀ ਤੁਸੀਂ ਰੋਟੀ ਬਣਾ ਰਹੀ ਸੀ ਉਹ ਬੇਲਣ ਦੇ ਨਾਲ, ਮੈਂ ਉਹਨਾਂ ਤੋਂ ਰੋਟੀ ਫੜ ਲਈ, ਮੈਂ ਕਿਹਾ ਰੋਟੀ ਤੁਸੀਂ ਮੈਨੂੰ ਦੇ ਦਿਓ ਵੀ ਤੁਸੀਂ ਅਗਲੀ ਰੋਟੀ ਬਣਾਓ। ਤੇ ਉਸ ਦੇ ਉੱਤੇ ਫਿਰ ਮੈਂ ਕਿਸਾਨ ਨੂੰ ਬਣਾਇਆ ਸੀ ਇੱਕ ਮੋਲਡਿੰਗ ਕਰਕੇ। ਠੀਕ ਹੈ। ਤੇ ਉਸ ਫਿਰ ਅੱਛਾ, ਰੋਟੀ ਦੇ ਉੱਤੇ ਮੋਲਡਿੰਗ ਕੀਤੀ ਹੋਈ ਹੈ? ਹਾਂਜੀ, ਮੋਲਡਿੰਗ ਕਰਕੇ ਇਸ ਨੂੰ ਫਿਰ ਤਵੇ ਦੇ ਉੱਤੇ ਪਕਾਇਆ ਗਿਆ। ਨੈਚੁਰਲ ਰੋਟੀ ਆ, ਕਣਕ ਦੀ ਰੋਟੀ ਆ, ਉੱਤੇ ਅੰਨਦਾਤਾ ਲਿਖਿਆ ਹੋਇਆ, ਜਿਸ ਨੂੰ ਕਿਸਾਨ ਇੱਕ ਹਲ ਚੱਕੇ ਹੋਏ ਦਿਖਾਇਆ ਗਿਆ। ਠੀਕ ਹੈ ਜੀ। ਤੈਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਸੀ, ਤੈਨੂੰ ਇੱਕ ਹੋਰ ਬੜਾ ਖੂਬਸੂਰਤ ਰੂਪ ਉੱਥੇ ਦਿੱਤਾ ਹੈ, ਉਹ ਦੇਖਾਂਗੇ ਅਸੀਂ। ਕਾਠ ਦੀ ਰੋਟੀ ਤੋਂ ਭਾਵ ਮਿਹਨਤ ਦੀ ਰੋਟੀ। ਮਿਹਨਤ ਦੀ ਰੋਟੀ, ਹਾਰਡ ਮਿਹਨਤ ਕਿਸਾਨ ਦੀ,
ਸਖਤ ਮਿਹਨਤ ਜਿਹਨੂੰ ਕਹਿੰਦੇ ਆ, ਤੇ ਸਖਤ ਮਿਹਨਤ ਦੇ ਨਾਲ ਸਾਨੂੰ ਇਹ ਰੋਟੀ ਮਿਲੀ ਆ। ਔਰ ਕਿਸਾਨ ਅੱਜ ਵੀ ਸਾਨੂੰ ਸਖਤ ਮਿਹਨਤ ਕਰਕੇ ਰੋਟੀ ਦੇ ਰਿਹਾ, ਪਰ ਉਹ ਅੱਜ ਕ੍ਰਸ਼ਿਸ਼ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਬਾਰਡਰ ਦੇ ਉੱਤੇ ਕੋਈ 3-4 ਮਹੀਨੇ ਤੋਂ ਉੱਥੇ ਬੈਠੇ ਹੋਏ ਨੇ ਸਾਰੇ, ਔਰ ਕਿੰਨੀਆਂ ਸਾਰੀਆਂ ਉੱਥੇ ਡੈਥਸ ਹੋ ਗਈਆਂ ਨੇ ਕਿਸਾਨਾਂ ਦੀਆਂ, ਜੋ ਅੱਜ ਵੀ ਸਰਕਾਰ ਦਾ ਪਤਾ ਨਹੀਂ। ਜੇ ਕਿਸਾਨ ਦੇ ਨਾਲ ਇਹ ਸਾਰਾ ਕੁਝ ਬਿੱਲ ਹੈ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਹੈ। ਜੇ ਕਿਸਾਨਾਂ ਨੂੰ ਨਹੀਂ ਇਹ ਚੀਜ਼ਾਂ ਨਹੀਂ ਪਸੰਦ ਹੈਗੀਆਂ। ਠੀਕ ਹੈ, ਤਾਂ ਇੱਕ ਹੋਰ ਤਸਵੀਰ ਅਸੀਂ ਦੇਖਾਂਗੇ। ਕੈਮਰਾਮੈਨ ਵਿੱਕੀ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਆਹ ਤਸਵੀਰ ਤੁਹਾਨੂੰ ਦਿਖਾਣ। ਕਾਠ ਦੀ ਰੋਟੀ ਜਿਹੜੀ ਜਿਸ ਦੀ ਇਹ ਗੱਲ ਕਰ ਰਹੇ ਨੇ, ਜਿਸ ਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੁਹਾਨੂੰ ਬਿਆਨ ਕੀਤੇ ਹੋਏ ਦਿਖਾਈ ਦੇਣਗੇ, ਤਾਂ ਇਹ ਜੋ ਪਹਿਲੀ ਤਸਵੀਰ ਅਸੀਂ ਦੇਖ ਰਹੇ ਹਾਂ, ਇਸ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇਖਿਓ, ਇਹਦੇ ਵਿੱਚ ਇਹ ਫਲਸਫਾ ਸੀ ਜੋ ਗੁਰੂ ਨਾਨਕ ਦੇਵ ਜੀ ਦਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਤੇ ਇਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੰਡ ਛਕੋ ਦਾ ਮੈਂ ਸੁਨੇਹਾ ਇਸ ਰੋਟੀ ਦੇ ਵਿੱਚ ਦੇ ਰਿਹਾ। ਗੁਰੂ ਨਾਨਕ ਦੇਵ ਜੀ 20 ਰੁਪਇਆਂ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾਉਂਦੇ ਹੋਏ ਦਿਖਾਇਆ ਗਿਆ ਹੈ, ਠੀਕ ਹੈ ਨਹੀਂ। ਔਰ ਇਸ ਦਾ ਜੇ ਅਗਰ ਦੂਸਰਾ ਪਾਸਾ ਦੇਖੋਗੇ ਤੁਸੀਂ ਰੋਟੀ ਦਾ, ਤਾਂ ਉਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਲੰਗਰ ਛਕਾਉਂਦੇ ਹੋਏ ਦਿਖਾਇਆ ਗਿਆ ਹੈ। ਪੂਰੀ ਦੀ ਪੂਰੀ ਸ਼ੇਪ ਇਹ ਰੋਟੀ ਦੀ ਆ, ਪਰ ਇਹ ਕਾਠ ਦੀ ਰੋਟੀ ਲੱਕੜੀ ਦੇ ਵਿੱਚ ਕਾਰਵ ਕਰਕੇ ਬਣਾਈ ਗਈ ਆ। ਇਸ ਰੋਟੀ ਦੇ ਵਿੱਚ ਤੁਸੀਂ ਦੇਖੋਗੇ, ਇਹਦੇ ਵਿੱਚ ਗੁਰੂ ਨਾਨਕ ਨਾਮ ਜਪੋ ਦਾ ਫਲਸਫਾ ਇਹਦੇ ਵਿੱਚ ਹੈ। ਗੁਰੂ ਨਾਨਕ ਦੇਵ ਜੀ ਨਾਮ ਜਪਣ ਦੀ ਮੁਦਰਾ ਦੇ ਵਿੱਚ ਬਣੇ ਹੋਏ ਨੇ, ਔਰ ਇੱਕ ਓਂਕਾਰ ਆ, ਇੱਕ ਓਂਕਾਰ ਦੇ ਵਿੱਚ ਉਹ ਇਮੇਜ ਆ ਜਿਹੜੀ ਉਹਨਾਂ ਦੀ ਉੱਭਰ ਰਹੀ ਆ। ਔਰ ਉਸ ਦਾ ਅਦਰਵਾਈਜ਼ ਦੂਸਰਾ ਰੂਪ ਦੇਖੋਗੇ, ਦੂਸਰਾ ਪਾਸਾ ਦੇਖੋਗੇ, ਤਾਂ ਉਸ ਦੇ ਵਿੱਚ ਨਾਮ ਜਪਣ ਦਾ, ਨਾਮ ਜਪਣ ਮੀਨਸ ਇਸ ਦੇ ਵਿੱਚ ਜੋ ਸਾਡਾ ਆਪਣੇ ਮੂਲ ਮੰਤਰ ਹੈ, ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਨ, ਤੇ ਉਹ ਨਾਮ ਜਪਣ ਦੇ ਉੱਤੇ ਆ। ਸੈਕੰਡ ਰੋਟੀ ਸੀ ਜੋ ਨਾਮ ਜਪਣ ਦੇ ਉੱਤੇ ਸੀ। ਔਰ ਜੋ ਇਸ ਦਾ ਸੀ ਥਰਡ ਸੀ ਜੋ ਇਸ ਦਾ, ਇਸ ਦੇ ਵਿੱਚ ਇੱਕ ਕਿਸਾਨ ਨੂੰ ਹਲ ਵਾਹੁੰਦੇ ਹੋਏ ਦਿਖਾਇਆ ਗਿਆ ਹੈ, ਜੋ ਜਿਸ ਤੋਂ ਇਹ ਸਟਾਰਟਿੰਗ ਹੋਈ ਆ ਸਾਰੀ। ਤੇ ਕਿਸਾਨ ਗੁਰੂ ਨਾਨਕ ਦੇਵ ਜੀ ਨੇ ਆਪਣਾ ਲਾਸਟ ਸਮਾਂ ਸੀ ਜੋ ਕਰਤਾਰਪੁਰ ਦੇ ਵਿੱਚ ਰਹਿ ਕੇ ਖੇਤਾਂ ਦੇ ਵਿੱਚ ਬਿਤਾਇਆ, ਔਰ ਉਹ ਵੀ ਇੱਕ ਕਿਸਾਨ ਦੇ ਰੂਪ ਵਿੱਚ ਉਹਨਾਂ ਨੇ ਵੀ ਮਿਹਨਤ ਕੀਤੀ ਆ ਔਰ ਹਲ ਚਲਾਇਆ, ਔਰ ਉਹੀ ਰੋਟੀ ਉਹਨਾਂ ਨੇ ਵੰਡ ਕੇ ਵੀ ਛਕੀ ਆ। ਔਰ ਨਾਮ ਉਹਨਾਂ ਦਾ ਜਿਹੜਾ ਤਿੰਨੇ ਫਲਸਫੇ ਸੀ, ਇਸ ਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਇਸ ਦੇ ਜਿਹੜਾ ਦੂਸਰੇ ਪਾਸੇ ਦੇਖੋ ਤਾਂ ਗੁਰੂ ਨਾਨਕ ਦੇਵ ਜੀ ਖੁਦ ਹਲ ਚੁੱਕੇ ਹੋਏ ਦਿਖਾਇਆ ਗਿਆ ਹੈ ਇਸ ਨੂੰ। ਤਾਂ ਇਹੀ ਸੀ ਮੇਰਾ ਤਿੰਨਾਂ ਰੋਟੀਆਂ ਨੂੰ ਲੈ ਕੇ ਇੱਕ ਨਾਮ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ। ਜੀ, ਤਿੰਨ ਰੋਟੀਆਂ ਦੀ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ। ਇਹ ਤਿੰਨ ਰੋਟੀਆਂ ਜੋ ਅੰਨਦਾਤੇ ਦੀ ਮਿਹਨਤ ਜਾਂ ਕਹਿ ਲਓ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਬਿਆਨ ਕਰਦੀਆਂ ਹੋਈਆਂ ਇਹ ਤਿੰਨ ਰੋਟੀਆਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਰੋਟੀ ਖਾਣੀ ਬਹੁਤ ਸੌਖੀ ਹੈ, ਸ਼ਾਇਦ ਪਕਾਣੀ ਉਨੀ ਸੌਖੀ ਨਹੀਂ ਹੈ, ਪਰ ਰੋਟੀ ਕਮਾਉਣੀ ਤੇ ਰੋਟੀ ਉਗਾਉਣੀ, ਅੰਨ ਉਗਾਉਣਾ ਕਿੰਨਾ ਔਖਾ ਹੈ ਇਹ ਸ਼ਾਇਦ ਅਸੀਂ ਨਹੀਂ ਜਾਣਦੇ, ਘਰਾਂ ਦੇ ਵਿੱਚ ਬੈਠਣ ਵਾਲੇ ਨਹੀਂ। ਐਕਚੁਅਲੀ ਇਸ ਦਾ ਇਹੀ ਆ ਵੀ ਜਿਹੜੀ ਕਾਠ ਦੀ ਰੋਟੀ ਇਸ ਨੂੰ ਕਿਹਾ ਗਿਆ, ਤਾਂ ਕਾਠ ਦੀ ਰੋਟੀ ਇੱਕ ਹਾਰਡ ਮਿਹਨਤ, ਸਖਤ ਮਿਹਨਤ ਦਾ ਫਲਸਫਾ ਹੈ ਇਹ, ਜੋ ਬਹੁਤ ਹੀ ਮਿਹਨਤ ਕਰਨ ਤੋਂ ਬਾਅਦ ਸਾਨੂੰ ਨਸੀਬ ਹੁੰਦੀ ਆ। ਇਹੀ ਇੱਕ ਜੋ ਮੈਂ ਤਿੰਨੇ ਰੋਟੀਆਂ ਦੇ ਵਿੱਚ ਅੰਨਦਾਤਾ ਉੱਪਰ ਲਿਖਿਆ ਹੋਇਆ ਹੈ, ਜੋ ਅੰਨਦਾਤੇ ਦੇ ਨਾਲ ਹੀ ਰਿਲੇਟਡ ਨੇ, ਕਿਸਾਨ ਦੇ ਨਾਲ ਜੋ ਰਿਲੇਟਡ ਇਹ ਸਾਰਾ ਕੁਛ ਹੈ। ਤੇ ਸਾਡਾ ਅਦਰਵਾਈਜ਼ ਅਸੀਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਸ਼ਬਦਾਂ ਨੂੰ ਵੀ ਦੇਖਦੇ ਹਾਂ, ਤਾਂ ਉਹਨਾਂ ਨਾਲ ਹੀ ਸਾਰਾ ਕੁਝ ਜੁੜ ਕੇ ਅੱਗੇ ਚੱਲਿਆ, ਉੱਥੇ ਹੀ ਸਟਾਰਟ ਹੋਇਆ ਸਾਰਾ ਕੁਝ। ਤਾਂ ਅੱਜ ਉੱਥੇ ਲੰਗਰ ਵੀ ਇੰਨਾ ਅੰਤਾਂ ਪਰ ਲੰਗਰ ਛਕਾਇਆ ਜਾਂਦਾ ਜੋ ਬਿਲਕੁਲ ਫ੍ਰੀ ਆਫ ਕਾਸਟ, ਕਿਸੇ ਦਾ ਕੋਈ ਕੁਛ ਨਹੀਂ ਹੈ। ਉਸ ਦੇ ਵਿੱਚ ਦੁਨੀਆ ਦਾਨ ਕਰ ਰਹੀ ਆ, ਜਿੰਨਾ ਵੀ ਦਾਨ ਕਰ ਰਹੀ ਆ, ਠੀਕ ਹੈ ਨਹੀਂ। ਤਾਂ ਉਹੀ ਸਾਰਾ ਕੁਛ ਇਸ ਦੇ ਵਿੱਚ ਜੋ ਗੁਰੂ ਨਾਨਕ ਦੇਵ 20 ਰੁਪਇਆਂ ਦਾ ਜਿਹੜਾ ਲੰਗਰ ਸੀ, ਉਹ ਅੱਜ ਵੀ ਚੱਲਦਾ, ਨਿਰੰਤਰ ਚੱਲਦਾ ਆ ਰਿਹਾ, ਔਰ ਕਦੇ ਖਤਮ ਵੀ ਨਹੀਂ ਹੋਏਗਾ, ਚੱਲਦਾ ਹੀ ਰਹੇਗਾ। ਠੀਕ ਹੈ, ਤੇ ਇੱਕ ਹੋਰ ਅਸੀਂ ਇੱਥੇ ਸਕਲਪਚਰ ਦੇਖਿਆ ਸੀ, ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਨੇ ਉਸ ਦੇ ਨਾਲ ਉਹਨੂੰ ਸਿੰਬੋਲਿਕ ਉਹਦਾ ਇੱਕ ਸਕਲਪਚਰ ਹੈ, ਉਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਜੀ, ਐਕਚੁਅਲੀ ਮੈਂ ਕਾਫੀ ਸਮੇਂ ਤੋਂ ਮੇਰੇ ਇਸ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉੱਤੇ ਕੰਮ ਮੈਂ ਕਰ ਰਿਹਾ, ਜਿਸ ਦੇ ਨਾਲ ਰਿਲੇਟਡ ਮੈਂ ਕਈ ਸਕਲਪਚਰ ਵੀ ਬਣਾਏ ਨੇ। ਦੋ ਉਹਨਾਂ ਦੀਆਂ ਖੜਾਮਾਂ ਨੂੰ ਲੈ ਕੇ, ਪੈਰਾਂ ਨੂੰ ਲੈ ਕੇ ਇਹ ਇੱਕ ਸਕਲਪਚਰ ਆ, ਜਿਸ ਨੂੰ ਅਜੇ ਪੂਰਾ ਫਿਨਿਸ਼ ਨਹੀਂ ਹੋਇਆ ਤੇ ਚੱਲ ਰਿਹਾ ਮੇਰਾ ਕੰਮ ਇਸ ਦੇ ਉੱਤੇ। ਇਸ ਦੇ ਵਿੱਚ ਸਾਰੇ ਇਹ ਤੁਸੀਂ ਦੇਖ ਰਹੇ ਹੋ, ਇਸ ਦੇ ਵਿੱਚ
ਪੈਰ ਪੈਰ ਨੇ ਇਸ ਦੇ ਵਿੱਚ ਪੈਰਾਂ ਦੀ ਇਮੇਜ ਆ, ਸਾਰਿਆਂ ਦੀ ਫੁੱਟਪ੍ਰਿੰਟਸ ਨੇ। ਇਹ ਦੁਨੀਆ ਇਹ ਜਿੰਨੇ ਵੀ ਲੋਕ ਨੇ ਇਹ ਦੁਨੀਆ ਸ੍ਰਿਸ਼ਟੀ ਦੇ ਵਿੱਚ ਸਾਰੀ ਜਿੰਨੇ ਵੀ ਸਾਡੀ ਧਰਤੀ ਦੇ ਉੱਤੇ ਲੋਕ ਨੇ ਉਹਨਾਂ ਨੇ ਉਹ ਸਾਰੇ ਲੋਕਾਂ ਨੂੰ ਇੱਕ ਪੈਰਾਂ ਦੇ ਰੂਪ ਚ ਦਿਖਾਇਆ ਹੈ। ਠੀਕ ਹੈ। ਵੱਧ ਤੋਂ ਵੱਧ ਜਨਤਾ, ਭੀੜ ਭੜੱਕਾ ਸਭ ਕੁਝ ਇਸ ਦੇ ਵਿੱਚ ਆ, ਪਰ ਉਸ ਦੇ ਵਿੱਚੋਂ ਇੱਕ ਇਦਾਂ ਦਾ ਪੈਰ ਨਿਕਲਦਾ ਜੋ ਸਪਿਰਚੁਅਲਿਜ਼ਮ ਵੱਲ ਨੂੰ ਜਾਂਦਾ। ਠੀਕ ਹੈ। ਇਹ ਦੁਨੀਆ ਦੀ ਭੀੜ ਦੇ ਵਿੱਚੋਂ, ਯਾਨੀ ਕਿ ਇਹ ਪੈਰ ਦੁਨੀਆ ਦੀ ਭੀੜ ਤੇ ਇਸ ਪੈਰ ਦੇ ਵਿੱਚੋਂ ਇੱਕ ਪੈਰ ਅਜਿਹਾ ਨਿਕਲ ਰਿਹਾ ਜੋ ਉਹ ਖੜਾਮਾਂ ਦੇ ਰੂਪ ਚ ਦਿਖਾਇਆ ਮੈਂ। ਪਹਿਲਾਂ ਉਹ ਪੈਰ ਦੀ ਸ਼ੇਪ ਨੂੰ ਉਸ ਦੇ ਵਿੱਚ ਮੈਂ ਸਿਰਫ ਖੜਾਮਾਂ ਦੇ ਜੋ ਉਸ ਨੂੰ ਫੜਨ ਵਾਸਤੇ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਨੂੰ ਅਸੀਂ ਨਾਮ ਕਹਿ ਸਕਦੇ ਹਾਂ ਵੀ ਉਹ ਜਿੱਦਾਂ ਅਸੀਂ ਚੱਪਲ ਦੇ ਵਿੱਚ ਇੱਕ ਬੱਦਰੀ ਪਾਈ ਹੁੰਦੀ ਆ, ਉਸ ਤਰ੍ਹਾਂ ਦਾ ਇਹ ਹੈ। ਤੇ ਉਹ ਖੜਾਮ ਜਿਹੜੀ ਹੈ ਸਾਡੀ ਮੀਨਸ ਖੜਾਮ ਅਸੀਂ ਆਮ ਤਾਂ ਦੁਨੀਆ ਨਹੀਂ ਪਾਉਂਦੀ, ਤਾਂ ਉਹ ਇੱਕ ਇਸ ਤਰ੍ਹਾਂ ਦੇ ਲੋਕ ਹੀ ਜਿਹੜੇ ਸੰਤ ਮਹਾਤਮਾ ਜਿਹੜੇ ਹੁੰਦੇ ਨੇ ਉਹਨਾਂ ਨਾਲ ਹੀ ਜੁੜਿਆ ਹੋਇਆ ਸਾਰੀਆਂ ਚੀਜ਼ਾਂ ਨੇ ਇਹ। ਤੇ ਇੱਕ ਪੈਰ ਚੱਲੇ ਨੇ, ਪੈਰ ਇੱਥੋਂ ਚੱਲਿਆ ਤਾਂ ਸਿਰਫ ਇੱਥੇ ਇਮੇਜ ਸ਼ੋ ਕੀਤੀ ਹੈ ਪੈਰ ਦੀ ਮੈਂ। ਤਾਂ ਉਸ ਤੋਂ ਅੱਗੇ ਜਿਹੜੀ ਅਗਲੀ ਖੜਾਮ ਆ ਉਸ ਦੇ ਵਿੱਚ ਆਪਾਂ ਪੂਰੀ ਖੜਾਮ ਨੂੰ ਘਸੇ ਹੋਏ ਦਿਖਾਇਆ। ਮੀਨਸ ਉਹ ਸਾਰੀ ਦੁਨੀਆ ਦੇ ਵਿੱਚ ਰਿਹਾ, ਉਹਨੇ ਆਪਣਾ ਸਾਰਾ ਕੁਝ ਗਿਆਨ ਉੱਥੇ ਵੰਡਿਆ। ਵੰਡਣ ਤੋਂ ਬਾਅਦ ਫਿਰ ਉਹ ਖੜਾਮ ਘਸ ਗਈ ਆ ਉਸਦੀ ਪੂਰੀ, ਚਲਦੇ ਚਲਦੇ ਸਾਰਾ ਕੁਝ। ਔਰ ਨੈਕਸਟ ਦੇ ਵਿੱਚ ਉਹ ਆਪਣੇ ਸਪਿਰਚੁਅਲਿਜ਼ਮ ਵੱਲ ਨੂੰ ਕੂਚ ਕਰ ਗਏ ਨੇ। ਠੀਕ ਹੈ ਜੀ। ਤੇ ਇਸ ਦੇ ਨਾਲ ਰਿਲੇਟਡ ਕੁਝ ਹੋਰ ਵੀ ਸਕਲਪਚਰ ਸੀ ਮੇਰੇ, ਤੇ ਉਹ ਇਮੇਜ ਮੈਂ ਸ਼ੋਅ ਇੱਕ ਅਸੀਂ ਉੱਥੇ ਦੇਖ ਰਹੇ ਹਾਂ ਇੱਕ ਸਕਲਪਚਰ ਹੈ ਜਿਹੜਾ ਇੱਕ ਉਂਗਲ, ਯਾਨੀ ਕਿ ਪਰਮਾਤਮਾ ਇੱਕ ਹੈ। ਇੱਕ ਆ ਜੀ, ਹਾਂਜੀ, ਉਸ ਦੇ ਉੱਤੇ ਵੀ ਕੰਮ ਚੱਲ ਰਿਹਾ ਮੇਰਾ। ਤੇ ਇਸ ਦੇ ਵਿੱਚ ਹੈ ਵੀ ਆਪਣਾ ਚਾਰੇ ਉਦਾਸੀਆਂ, ਚਾਰੇ ਪਾਸੇ ਨੇ ਇਸ ਦੇ, ਚਾਰ ਉਦਾਸੀਆਂ ਨੇ, ਚਾਰਾਂ ਦੇ ਵਿੱਚ ਹੀ ਜਿਹੜੇ ਮੈਂ ਇਮੇਜ ਜੀ ਬਣਾ ਰਿਹਾ ਇਸ ਦੇ ਵਿੱਚ ਬਣੀ ਨਹੀਂ ਆ। ਇਸ ਦੇ ਵਿੱਚ ਬਣ ਰਹੀਆਂ ਨੇ ਸਾਡੇ ਜਿਹੜੇ ਪੰਜੇ ਤੱਤ ਨੇ, ਜਿਵੇਂ ਵਾਯੂ, ਹਵਾ, ਪਾਣੀ, ਧਰਤੀ, ਆਕਾਸ਼। ਇਸ ਦੇ ਵਿੱਚ ਮੈਂ ਸ਼ੋਅ ਕੀਤੇ ਨੇ ਉਹ ਪੰਜੇ ਤੱਤ ਅਲੱਗ-ਅਲੱਗ ਉਹਦੇ ਵਿੱਚ ਫਾਰਮ ਦੇ ਵਿੱਚ, ਜੋ ਇੱਕ ਪੈਰ ਦੇ ਵਿੱਚ ਹੀ ਨੇ ਇਹ। ਤਾਂ ਪੈਰ ਜਿਹੜੀਆਂ ਚਾਰੇ ਉਦਾਸੀਆਂ ਨੇ ਜਿਹੜੀ ਗੁਰੂ ਨਾਨਕ ਦੇਵ ਜੀ ਨਾਲ ਜੋੜੀਆਂ ਹੋਈਆਂ ਨੇ, ਔਰ ਉਹ ਚਾਰੇ ਆਪਣੇ ਇੱਕ ਇਹ ਜਿਹੜਾ ਹੱਥ ਆ ਸਿਰਫ ਇੱਕ ਓਂਕਾਰ ਨੂੰ ਦਰਸਾਉਂਦਾ ਹੈ। ਇੱਕ ਓਂਕਾਰ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਵੀ ਇੱਕ ਆ। ਅਗਲਾ ਜੋ ਅਸੀਂ ਸਕਲਪਚਰ ਦੇਖ ਰਹੇ ਹਾਂ, ਇੱਥੇ ਇੱਕ ਇੰਜੈਕਸ਼ਨ ਬਣਿਆ ਹੋਇਆ, ਇੱਕ ਟੀਕਾ ਬਣਿਆ ਹੋਇਆ ਜੋ ਸ਼ਾਇਦ ਇੱਕ ਮੱਝ ਦੇ ਲੱਗ ਰਿਹਾ ਹੈ। ਉਸ ਤੋਂ ਬਾਅਦ ਹੋਰ ਕੀ ਕਹਾਣੀ ਬਿਆਨ ਕਰ ਰਿਹਾ ਸਕਲਪਚਰ ਉਹ ਜਾਣ ਲੈਂਦੇ ਆ। ਇਹ ਟੀਕਾ ਮੱਝ ਦੇ ਲੱਗਣ ਤੋਂ ਬਾਅਦ ਕੀ ਹੋਇਆ? ਐਕਚੁਅਲੀ ਸਾਡਾ ਇੱਕ ਪੰਛੀ ਸੀ ਜੋ ਸਾਡੀ ਮੀਨਸ ਸਾਡੇ ਹਿੰਦੁਸਤਾਨ ਦੇ ਵਿੱਚੋਂ ਜਾਂ ਸਾਡੇ ਭਾਰਤ ਦੇ ਵਿੱਚੋਂ ਉਹ ਪੰਛੀ ਗਾਇਬ ਹੋ ਗਿਆ, ਅਲੋਪ ਹੋ ਗਿਆ। ਔਰ ਉਹ ਪੰਛੀ ਜਿਹੜਾ ਇੱਲ ਜਿਹਨੂੰ ਕਿਹਾ ਜਾਂਦਾ ਸੀ, ਔਰ ਵਲਚਰ, ਉਹ ਐਕਚੁਅਲੀ ਇੱਕ ਮੈਡੀਸਨ ਜੋ ਕਿ ਮੱਝਾਂ ਨੂੰ ਦਿੱਤੀ ਗਈ ਸੀ ਇੱਕ ਟੀਕੇ ਦੇ ਰੂਪ ਦੇ ਵਿੱਚ। ਔਰ ਉਹ ਟੀਕਾ ਜਦੋਂ ਲੱਗਿਆ ਤਾਂ ਮੱਝ ਮਰ ਗਈ ਜੀ। ਤੇ ਉਸ ਤੋਂ ਬਾਅਦ ਮਰਨ ਤੋਂ ਬਾਅਦ ਉਸਨੇ ਵਲਚਰ ਨੇ ਉਹਨੂੰ ਖਾਧਾ, ਮੱਝ ਨੂੰ ਖਾਧਾ ਔਰ ਉਸ ਤੋਂ ਬਾਅਦ ਉਹਦੇ ਫੇਫੜਿਆਂ ਦੇ ਉੱਤੇ ਉਸਨੇ ਜਿਹੜਾ ਜ਼ਹਿਰ ਸੀਗਾ ਉਹਦੇ ਫੇਫੜਿਆਂ ਨੂੰ ਖਤਮ ਕੀਤਾ, ਔਰ ਜਿਹਦੇ ਕਰਕੇ ਸਾਡੇ ਕੋਲੋਂ ਪ੍ਰਜਾਤੀ ਖਤਮ ਹੋ ਗਈ ਆ। ਇਸ ਪ੍ਰਜਾਤੀ ਨੂੰ ਹੁਣ ਇਹ ਜਿਹੜਾ ਇੰਸਟਾਲੇਸ਼ਨ ਆ ਕਿ ਸਕਲਪਚਰ ਦੇ ਰੂਪ ਦੇ ਵਿੱਚ ਇਹ ਦਰਸਾ ਰਹੀ ਹੈ ਕਿ ਉਹ ਟੀਕਾ ਇੱਕ ਲੱਗ ਰਿਹਾ। ਟੀਕੇ ਦੀ ਜੋ ਸਿਰਿੰਜ ਹੈ, ਸਿਰਿੰਜ ਵੀ ਬਹੁਤ ਜ਼ਿਆਦਾ ਡੈਮੇਜ ਹੋ ਚੁੱਕੀ ਆ, ਉਹ ਇੰਨਾ ਜ਼ਹਿਰੀਲਾ। ਤੇ ਉਸ ਦੇ ਨਾਲ ਹੀ ਇੱਕ ਕੰਕਾਲ ਦਿਖਾਇਆ, ਉਹਦਾ ਹੈੱਡ ਦਿਖਾਇਆ ਮੱਝ ਦਾ, ਉਸ ਦੇ ਲੱਗਿਆ ਹੋਇਆ ਦਿਖਾਇਆ। ਔਰ ਬਾਕੀ ਜੋ ਹੈ ਇਸ ਦੇ ਵਿੱਚ ਸਾਰੇ ਹੀ ਵਲਚਰ ਦੀਆਂ ਫਾਰਮਸ ਸਾਈਕਲ ਹੈ, ਹੌਲੀ ਹੌਲੀ ਖਤਮ ਹੋ ਰਹੀ ਹੈ ਵਲਚਰ ਸਾਰਾ ਟੋਟਲੀ। ਇਹਦੇ ਵਿੱਚ ਇੱਕ ਵਲਚਰ ਆਪਣਾ ਫਲਾਈਟ ਕਰਦੇ ਹੋਏ ਦਿਖਾਇਆ, ਉਸ ਦੇ ਵਿੱਚੋਂ ਵੀ ਜਾਂ ਉਹ ਕਿਤੇ ਚਲੇ ਗਏ ਨੇ ਜਾਂ ਖਤਮ ਹੋ ਗਏ ਆ। ਤਾਂ ਇਸ ਚੀਜ਼ ਨੂੰ ਇੱਕ ਉਸ ਤਰ੍ਹਾਂ ਦਾ ਕੰਟੈਂਪਰੇਰੀ ਸੀ ਜੋ ਅੱਜ ਤੋਂ 4-5 ਸਾਲ ਪਹਿਲਾਂ ਦਾ ਇੱਕ ਕਨਸੈਪਟ ਸੀ, ਜੋ ਜਿਸ ਦੇ ਉੱਤੇ ਕੰਮ ਚੱਲ ਰਿਹਾ, ਅੱਜ ਵੀ ਮੇਰਾ ਚੱਲ ਰਿਹਾ। ਸਿੰਘ ਸਾਹਿਬ, ਤੁਸੀਂ ਵਪਾਰ ਕਿਉਂ ਨਹੀਂ ਬਣਾਇਆ ਆਪਣੀ ਇਸ ਕਲਾ ਨੂੰ? ਐਕਚੁਅਲੀ ਆਉਂਦੇ ਆ ਕਈ ਵਾਰ ਉਸ ਤਰ੍ਹਾਂ ਦੇ ਕੰਮ ਆਉਂਦੇ ਆ ਕਮਰਸ਼ੀਅਲ, ਤਾਂ ਉਹ ਕਮਰਸ਼ੀਅਲ ਕੰਮ ਫਿਰ ਸਾਡੇ ਮਾਡਰਨ ਆਰਟ ਨਾਲ ਰਿਲੇਟਡ ਨਹੀਂ ਹੁੰਦੇ ਜ਼ਿਆਦਾਤਰ। ਉਹ ਹੁੰਦਾ ਵੀ ਕਮਰਸ਼ੀਅਲ ਕਿਸੇ ਦੀ ਫਾਰਮ ਬਣਾ ਦਿਓ, ਤੁਸੀਂ ਕਿਸੇ ਦਾ ਪੋਰਟਰੇਟ ਬਣਾ ਦਿਓ ਜਾਂ ਲਾਈਫ ਬਣਾ ਦਿਓ ਕਿਸੇ ਦੀ, ਠੀਕ ਹੈ ਨਹੀਂ, ਉਹ ਆਉਂਦੇ ਆ। ਪਰ ਉਹਦੇ ਵਿੱਚ ਸਾਰਾ ਆਰਟਿਸਟ ਨੂੰ ਇੰਨਾ ਉਹ ਨਹੀਂ ਆਉਂਦਾ ਹੈਗਾ, ਮੀਨਸ ਉਸ ਦਾ ਆਪਣੀਆਂ ਫੀਲਿੰਗ ਨੇ ਜਿਹੜੀਆਂ, ਉਹ ਫੀਲਿੰਗ ਮੈਨੂੰ ਨਹੀਂ ਲੱਗਦਾ ਐਕਸਪ੍ਰੈਸ ਨਹੀਂ ਕਰ ਪਾਉਂਦਾ। ਐਕਸਪ੍ਰੈਸ ਉਹ ਮੀਨਸ ਉਸ ਦੇ ਕੋਲ ਜਾਂ ਤਾਂ ਤੁਸੀਂ ਕਮਰਸ਼ੀਅਲ ਹੀ ਹੋ ਜਾਓ ਜਾਂ ਆਰਟਿਸਟ ਰਹਿ ਜਾਓ। ਤੁਸੀਂ ਆਰਟਿਸਟ ਰਹਿਣਾ ਜ਼ਿਆਦਾ ਬਿਹਤਰ। ਮੈਨੂੰ ਲੱਗਦਾ ਵੀ ਮੈਨੂੰ ਅੰਦਰੋਂ ਸ਼ਾਇਦ ਇਹੀ ਸਾਰੀ ਆਵਾਜ਼ ਆਉਂਦੀ ਆ। ਤੇ ਜਿਹੜੇ ਆਰਟਿਸਟ ਵਪਾਰ ਬਣਾਈ ਬੈਠੇ ਨੇ, ਲੱਖਾਂ ਕਰੋੜਾਂ ਦੇ ਸਕਲਪਚਰਸ ਵੇਚ ਰਹੇ ਨੇ, ਐਗਜ਼ੀਬਿਸ਼ਨਸ ਲੱਗਦੀਆਂ ਨੇ, ਤਾਂ ਕੀ ਉਹ ਤੁਹਾਡੇ ਹਿਸਾਬ ਨਾਲ ਆਰਟਿਸਟ ਨਹੀਂ ਹੈਗੇ? ਨਹੀਂ, ਉਹ ਹੈਗੇ ਆ ਐਕਚੁਅਲੀ। ਉਹਨਾਂ ਦਾ ਦੇਖੋ ਤੁਸੀਂ, ਜੇਕਰ ਉਸ ਚੀਜ਼ ਨੂੰ ਅਸੀਂ ਲੈਂਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਬਹੁਤ ਜ਼ਿਆਦਾ, ਜਿਨ੍ਹਾਂ ਦੇ ਕੰਮ ਫੇਮਸ ਹੋਏ ਨੇ ਅੱਗੇ ਦੀ ਅੱਗੇ, ਤਾਂ ਉਹ ਫੇਮਸ ਹੋ ਗਏ ਨੇ।
ਠੀਕ ਹੈ ਨਹੀਂ, ਉਹ ਫੇਮਸ ਹੋਣ ਦੇ ਨਾਲ ਉਹਨਾਂ ਦੀਆਂ ਫਾਰਮਸ ਨੇ ਜਿਹੜੀਆਂ ਉਹ ਕੁਝ ਵੀ ਕਰ ਰਹੇ ਨੇ ਅੱਜ, ਉਹ ਵਿਕ ਰਿਹਾ, ਸਾਰਾ ਕੁਝ ਉਹਨਾਂ ਦਾ ਨਾਮ ਵਿਕ ਰਿਹਾ। ਠੀਕ ਹੈ ਨਹੀਂ, ਇਹ ਅੱਛੀ ਗੱਲ ਆ ਕਿ ਜਿਨ੍ਹਾਂ ਨੂੰ ਇਹ ਆਪਣੇ ਕੰਮ ਦੇ ਉੱਤੇ ਜੇਕਰ ਉਹਨਾਂ ਦਾ ਸਾਰਾ ਵਿਕ ਰਿਹਾ ਕੰਮ, ਤਾਂ ਮੈਂ ਇਸ ਨੂੰ ਮਾੜਾ ਨਹੀਂ ਕਹਾਂਗਾ, ਉਹ ਅੱਛੀ ਗੱਲ ਆ ਉਹਨਾਂ ਦਾ। ਉਹਨਾਂ ਨੂੰ ਕਮ ਸੇ ਕਮ ਸਾਡੇ ਉਹ ਵੀ ਸਾਡੀ ਤਰ੍ਹਾਂ ਹੀ ਨੇ, ਕਿਉਂਕਿ ਉਹ ਵੀ ਅਦਰਵਾਈਜ਼ ਆਰਟਿਸਟ ਜੇਕਰ ਹੁਣ ਬਹੁਤ ਆਪਣੇ ਇੰਡੀਆ ਦੇ ਆਰਟਿਸਟਾਂ ਨੂੰ ਲਾਈਏ ਤਾਂ ਜਿਨ੍ਹਾਂ ਦੇ ਵਿੱਚ ਬੜੇ ਫੇਮਸ ਆਰਟਿਸਟ ਨੇ, 10-15 ਆਰਟਿਸਟ ਨੇ ਜਿਨ੍ਹਾਂ ਦੇ ਕੰਮ ਬਹੁਤ ਕਰੋੜਾਂ ਦੇ ਵਿੱਚ ਵਿਕ ਰਹੇ ਨੇ। ਜੀ, ਠੀਕ ਹੈ ਨਹੀਂ, ਤਾਂ ਹੋਰ ਜਿਸ ਤਰ੍ਹਾਂ ਮਨ ਦੇ ਭਾਵ ਵਿਅਕਤ ਕਰਦਾ ਇੱਕ ਆਰਟਿਸਟ ਆਪਣੀ ਕਲਾ ਦੇ ਰਾਹੀਂ, ਤੁਸੀਂ ਆਪਣੇ ਮਨ ਦੇ ਭਾਵ ਹੋਰ ਕਿਹੜੀ ਕਲਾ ਦੇ ਨਾਲ ਐਕਸਪ੍ਰੈਸ ਕੀਤੇ ਨੇ? ਹੋਰ ਇੱਥੇ ਕਿਹੜੇ ਸਕਲਪਚਰਸ ਨੇ ਜਿਨ੍ਹਾਂ ਦੇ ਪਿੱਛੇ ਇੱਕ ਬੜੀ ਖੂਬਸੂਰਤ ਕਹਾਣੀ ਛੁਪੀ ਹੋਈ? ਬੜਾ ਕੁਛ ਆ। ਅਦਰਵਾਈਜ਼ ਮੈਂ ਤਕਰੀਬਨ ਕੰਟੈਂਪਰੇਰੀ ਜ਼ਿਆਦਾ ਕੰਮ ਕਰਦਾ, ਸੋਸ਼ਲ ਜੋ ਆਪਣੇ ਇਸ਼ੂਜ਼ ਹੁੰਦੇ ਨੇ ਉਹਨਾਂ ਦੇ ਉੱਤੇ, ਜੇ ਤਾਂ ਇੱਕ ਸੁਨੇਹਾ ਜਿਹਦੇ ਨਾਲ ਸੁਨੇਹਾ ਵੀ ਮਿਲਦਾ, ਕੰਟੈਂਪਰੇਰੀ ਵੀ ਹੁੰਦੇ ਨੇ, ਕਿਉਂਕਿ ਸਾਡੀ ਜਿਹੜੀ ਮਨ ਦੀ ਸਥਿਤੀ ਆ ਉਹ ਕਦੇ ਵੀ ਸਟੇਬਲ ਨਹੀਂ ਰਹਿੰਦੀ। ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਇਸ ਟਾਈਮ ਮੇਰਾ ਮਾਈਂਡ ਤੁਹਾਡੇ ਨਾਲ ਸਾਰਾ ਕੁਝ ਉਹ ਕਰ ਰਿਹਾ, ਤਾਂ ਮੈਂ ਇਸ ਤੋਂ ਪਹਿਲਾਂ ਕੁਝ ਹੋਰ ਕਰ ਰਿਹਾ ਸੀ, ਉਹ ਮਾਈਂਡ ਉੱਥੇ ਸੀ, ਉਸ ਤੋਂ ਬਾਅਦ ਵੀ ਤੁਹਾਡੇ ਬਾਅਦ ਤੋਂ ਮਾਈਂਡ ਹੋਰ ਹੋਵੇਗਾ, ਤਾਂ ਉਹ ਸਟੇਬਿਲਿਟੀ ਨਹੀਂ ਹੈ ਸਾਡੇ ਮਾਈਂਡ ਦੇ ਵਿੱਚ। ਤਾਂ ਅਸੀਂ ਉਹ ਸਟੇਬਿਲਿਟੀ ਨਹੀਂ ਹੋਣ ਕਰਕੇ ਸਾਡਾ ਮਾਈਂਡ ਵੀ ਚੇਂਜ ਹੁੰਦਾ ਰਹਿੰਦਾ। ਆਰਟਿਸਟ ਦਾ ਕਿਸ ਤਰ੍ਹਾਂ ਦਾ ਕਿਸੇ ਨੂੰ ਦੇਖ ਕੇ ਕੋਈ ਐਕਟੀਵਿਟੀਜ਼ ਆਉਂਦੀਆਂ ਨੇ, ਕੁਝ ਸੋਸ਼ਲ ਇਸ਼ੂ ਖੜੇ ਹੁੰਦੇ ਨੇ, ਤਾਂ ਉਹ ਸਾਰੇ ਪ੍ਰਭਾਵਿਤ ਕਰਦੇ ਨੇ ਸਾਨੂੰ। ਤਾਂ ਜਸਟ ਇਹੀ ਆ ਫਿਰ, ਜਿਹਦੇ ਵਿੱਚ ਕੰਮ ਕਰਨ ਨੂੰ ਕੁਝ ਉਹਦੇ ਨਾਲ ਮੀਡੀਅਮ ਜੋੜ ਕੇ ਫਿਰ ਕੰਮ ਕੀਤਾ ਜਾਂਦਾ, ਕੁਝ ਵਿਜ਼ੂਅਲ ਕੀਤਾ ਜਾਂਦਾ, ਆਪਣੀ ਸੋਚ ਨੂੰ, ਥਾਟ ਨੂੰ, ਆਪਣੇ ਇਮੇਜਿਨੇਸ਼ਨ ਨੂੰ ਕੁਝ ਜੋੜ ਕੇ, ਕੁਝ ਪਰਸੈਪਸ਼ਨ ਨੂੰ ਜੋੜ ਕੇ, ਕੁਝ ਮੀਡੀਅਮ ਨੂੰ ਜੋੜ ਕੇ ਉਸ ਦੇ ਨਾਲ, ਤਾਂ ਉਹ ਸਾਰਾ ਕੁਝ ਹੈ। 35 ਦੇ ਉੱਤੇ ਅੰਗਰੇਜ਼ੀ ਭਾਰੀ ਪੈ ਰਹੀ ਹੈ, ਕਹਿ ਲਓ ਕਿ 35 ਦੇ ਉੱਤੇ ਆਇਲਸ ਭਾਰੀ ਪੈ ਰਹੀ ਹੈ, ਕੁਛ ਇੱਦਾਂ ਦੀ ਹੀ ਇਹ ਤਸਵੀਰ ਹੈ? ਜੀ, ਇਹ ਐਕਚੁਅਲੀ ਮਾਂ ਬੋਲੀ ਨੂੰ ਲੈ ਕੇ ਕੁਝ ਹੈ ਵੀ ਸਾਡੀ ਮਾਂ ਬੋਲੀ ਦੇ ਉੱਤੇ ਕੁਝ ਬਾਹਰਲੀਆਂ ਲੈਂਗੁਏਜ ਨੇ ਆ ਕੇ ਜੋ ਅਟੈਕ ਕੀਤਾ, ਤੇ ਸਾਡੀ ਲੈਂਗੁਏਜ ਖਤਮ ਹੁੰਦੀ ਜਾ ਰਹੀ ਹੈ ਅੱਜ। ਤਾਂ ਇੱਕ ਇੰਗਲਿਸ਼ ਭਾਰੀ ਪੈ ਰਹੀ ਹੈ ਜੋ ਡੋਮੀਨੇਟ ਕਰ ਰਹੀ ਆ, ਕਲਰ ਦੇ ਵਿੱਚ ਡੋਮੀਨੇਟ ਕਰ ਰਹੀ ਆ। ਉਹਦੇ ਵਿੱਚ ਜੋ ਅਸੀਂ ਸਾਡੀ ਫੱਟੀ ਸੀ, ਉਹ ਇੱਕ ਲਿਖਣੇ ਵਾਲੀ ਜੋ ਜਿੱਥੋਂ ਸਾਡੀ ਮੀਨ ਸਟੱਡੀ ਸਟਾਰਟ ਹੁੰਦੀ ਆ, ਤੇ ਉਸ ਦੇ ਉੱਤੇ ਅੱਜ ਸਾਰਾ ਕੁਝ ਹੈ ਤਾਂ ਸਾਰੇ ਪੰਜਾਬੀ ਲੋਕ ਹੀ ਨੇ, ਠੀਕ ਹੈ ਨਹੀਂ, ਪਰ ਡੋਮੀਨੇਟ ਕਰ ਰਹੀ ਆ ਉਹ। ਡੋਮੀਨੇਟ ਸਾਡੇ 35 ਜੋ ਥੱਲੇ ਚਲੀ ਗਈ ਆ, ਥੱਲੇ ਚਲੀ ਗਈ ਆ ਬਿਲਕੁਲ ਹੀ, ਠੀਕ ਹੈ ਨਹੀਂ, ਔਰ ਇਹ ਡੋਮੀਨੇਟ ਕਰ ਗਈ ਆ। ਡੋਮੀਨੇਟ ਜਦੋਂ ਇਹਨੇ ਕੀਤਾ ਤਾਂ ਇਹ ਇੱਕ ਐਰੋਪਲੇਨ ਦੇ ਰੂਪ ਵਿੱਚ ਬਾਹਰ ਜਾ ਰਹੀ ਆ। ਇਹ ਕੈਨੇਡਾ ਹੈ, ਇਹ ਕੈਨੇਡਾ ਲਾ ਲਓ, ਅਮਰੀਕਾ ਲਾ ਲਓ, ਨਿਊਯਾਰਕ ਲਾ ਲਓ, ਆਸਟ੍ਰੇਲੀਆ ਲਾ ਲਓ, ਠੀਕ ਹੈ ਨਹੀਂ, ਉੱਥੇ ਸ਼ਿਫਟ ਹੋ ਰਹੀ ਹੈ ਸਾਰੀ। ਇੱਕ ਆਪਣੀ ਮੀਨਸ ਆਪਣਾ ਰੂਪ ਦੇ ਕੇ ਇਹਨੂੰ ਸ਼ਿਫਟ ਕੀਤਾ ਜਾ ਰਿਹਾ। ਤਾਂ ਸਾਡੀ ਜਿਹੜੀ ਆਪਣੀ ਲੈਂਗੁਏਜ ਆ, ਸਾਡਾ ਜਿਹੜਾ ਆਪਣਾ ਵਿਰਸਾ ਸਾਡੇ ਨਾਲ ਜੁੜੀ ਹੋਈਆਂ ਨੇ, ਸਾਡੇ ਅਸੀਂ ਪਤਾ ਨਹੀਂ ਸਾਡੇ ਕਦੋਂ ਤੇ ਚੱਲੀ ਆ ਰਹੀ ਹੈ, ਕਦੋਂ ਕਿਵੇਂ ਬਣੀ, ਕਿਵੇਂ ਨੇ ਸਾਡੇ, ਹੈ ਨਾ, ਉਸ ਚੀਜ਼ ਨੂੰ ਅੱਜ ਸਾਂਭਣ ਦੀ ਜ਼ਰੂਰਤ ਆ। ਇੱਕ ਆ ਮੇਰੇ ਪਿੱਛੇ ਜੋ ਤੁਸੀਂ ਸਕਲਪਚਰ ਦੇਖ ਰਹੇ ਹੋ, ਇਹ ਦੇਖ ਕੇ ਮਨ ਦੇ ਵਿੱਚ ਬੜੇ ਸਵਾਲ ਖੜੇ ਹੋ ਰਹੇ ਨੇ। ਇਸ ਹਥਿਆਰ ਦੇ ਨਾਲ ਜਿਹੜੀਆਂ ਇਹ ਸੰਗਲਾਂ ਨਾਲ ਇਸ ਨੂੰ ਬੰਨਿਆ ਹੋਇਆ, ਇਹ ਕੀ ਦਿਖਾਉਣਾ ਚਾਹੁੰਦੇ ਹੋ, ਕੀ ਸ਼ੋਅ ਕਰਨਾ ਚਾਹੁੰਦੇ ਹੋ? ਐਕਚੁਅਲੀ ਇੱਕ ਗਨ ਆ, ਨਾਨ ਵਾਇਲੈਂਸ ਗਨ ਹੈ। ਨਾਨ ਵਾਇਲੈਂਸ ਕਿਸ ਤਰ੍ਹਾਂ ਵੀ, ਇਸ ਦੀ ਜਿਹੜੀ ਗਨ ਦੀਆਂ ਗੋਲੀਆਂ ਨੇ ਇਹਦੇ, ਉਸ ਨੂੰ ਮੈਂ ਤਾਰਾਂ ਦੇ ਵਿੱਚ ਬੰਨਿਆ ਹੋਇਆ, ਕੰਡਿਆਲੀ ਤਾਰ। ਜੋ ਕੰਡਿਆਲੀ ਤਾਰ ਅਸੀਂ ਜ਼ਿਆਦਾਤਰ ਇਸ ਨੂੰ ਅਸੀਂ ਬਾਰਡਰ ਲਾਈਨ ਦੇ ਨਾਲ ਜੋੜਦੇ ਹਾਂ। ਤਾਂ ਬਾਰਡਰ ਲਾਈਨ ਦੇ ਉੱਤੇ ਮੇਰਾ ਇੱਥੇ ਕਨਸੈਪਟ ਸੀ ਵੀ ਸਾਨੂੰ ਤਾਰ ਆ ਜਿਹੜੀ ਬਾਰਡਰ ਲਾਈਨ 'ਤੇ ਲਾਉਣ ਦੀ ਜ਼ਰੂਰਤ ਨਹੀਂ ਆ, ਸਾਨੂੰ ਗਨ ਨੂੰ ਬੰਨ੍ਹਣ ਦੀ ਜ਼ਰੂਰਤ ਆ। ਜੇਕਰ ਅਸੀਂ ਗਨ ਨੂੰ ਬੰਨ੍ਹ ਲੈਂਦੇ ਹਾਂ, ਮੰਨ ਲਓ ਕਿਸੇ ਨੂੰ ਅਸੀਂ ਗਨ ਦਾ ਲਾਇਸੈਂਸ ਹੀ ਨਹੀਂ ਦਿੰਦੇ, ਜਾਂ ਗਨ ਦੀਆਂ ਫੈਕਟਰੀਆਂ ਨਹੀਂ ਬਣਾਉਂਦੇ, ਜਾਂ ਅਸੀਂ ਬੰਬ ਹੀ ਨਹੀਂ ਤਿਆਰ ਕਰਦੇ, ਤਾਂ ਕਿੰਨੇ ਕੁ ਲੋਕ ਨੇ ਸਾਨੂੰ ਮਾਰ ਦੇਣਗੇ। ਠੀਕ ਆ, ਕਿੰਨੇ ਕੁ ਲੋਕ ਨੇ ਜਿਹੜੇ ਗੰਡਾਸਾਂ ਸੋਟੀਆਂ ਨਾਲ ਜਾਂ ਤਲਵਾਰਾਂ ਨਾਲ ਸਾਨੂੰ ਵੱਢ ਦੇਣਗੇ। ਠੀਕ ਆ, ਅਸੀਂ ਇਹਦੇ ਵਿੱਚ ਇਹ ਆ ਵੀ ਇਸੇ ਨੂੰ ਗਨ ਨੂੰ ਲੈ ਕੇ ਕ੍ਰਾਈਮ ਹੁੰਦੇ ਨੇ, ਇਸੇ ਗਨ ਨੂੰ ਲੈ ਕੇ ਲੜਾਈਆਂ ਹੁੰਦੀਆਂ ਨੇ। ਇੱਕ ਬੰਦੇ ਦੇ ਹੱਥ 'ਚ ਗਨ ਆ ਤਾਂ ਹਜ਼ਾਰਾਂ ਬੰਦਿਆਂ ਨੂੰ ਭਜਾ ਲੈਂਦਾ, ਉਹ ਹਜ਼ਾਰਾਂ ਘਰ ਉਜੜਦੇ, ਹਜ਼ਾਰਾਂ ਘਰ ਵੀ ਉਜੜਦੇ ਨੇ, ਹਜ਼ਾਰਾਂ ਬੰਦਿਆਂ ਨੂੰ ਭਜਾ ਵੀ ਲੈਂਦਾ ਉਹ ਇੱਕ ਬੰਦਾ। ਤਾਂ ਨਹੀਂ, ਜੇਕਰ ਗਨ ਨਹੀਂ ਹੋਊਗੀ ਤਾਂ ਉਹ ਕੁਝ ਵੀ ਨਹੀਂ ਕਰ ਸਕਦਾ। ਮੇਰਾ ਕਹਿਣ ਦਾ ਇੱਥੇ ਇਹ ਮਤਲਬ ਹੈ ਵੀ ਪਹਿਲਾਂ ਇਸ ਚੀਜ਼ ਨੂੰ ਖਤਮ ਕੀਤਾ ਜਾਵੇ। ਇਹ ਬੰਦੂਕਾਂ ਬਣਾਉਣ 'ਚ ਕਿੰਨਾ ਸਮਾਂ ਲੱਗਦਾ ਤੁਹਾਨੂੰ ਇੱਦਾਂ? ਐਕਚੁਅਲੀ ਇਸ ਨੂੰ ਬਣਾਉਣ ਦੇ ਵਿੱਚ ਲੱਗਿਆ ਹੋਣਾ 20-25 ਦਿਨ ਲੱਗੇ ਹੋਣਗੇ। ਤੇ ਇਹ ਜੋ 35 ਬਣਾਈ ਹੈ ਜਾਂ ਕਾਠ ਦੀ ਰੋਟੀ ਬਣਾਈ ਹੈ, ਕਿੰਨਾ ਕੁ ਸਮਾਂ ਲੈ ਲੈਂਦੀ ਹੈ? ਕਾਠ ਦੀ ਰੋਟੀ ਨੂੰ ਲੱਗਿਆ 1 ਮਹੀਨਾ ਬਣਾਉਣ ਵਾਸਤੇ, ਵੱਡੀ ਹੈ ਜਿਹੜੀ। ਤੇ ਬਾਕੀ ਇਸ ਨੂੰ ਹੈ ਮਹੀਨਾ ਕੁ ਤਾਂ ਲਾ ਹੀ ਲਓ ਤੁਸੀਂ ਇਸ ਦੇ ਵਿੱਚ ਵੀ, ਕਿਉਂਕਿ ਕਾਰਵਿੰਗ ਹੈ ਇਸ ਦੇ ਵਿੱਚ, ਇੰਸਟਾਲੇਸ਼ਨ ਨਹੀਂ ਹੈ। ਇੰਸਟਾਲੇਸ਼ਨ ਵਾਲੇ ਕੰਮ ਦੇ ਵਿੱਚ ਥੋੜ੍ਹਾ ਜਿਹਾ ਘੱਟ ਸਮਾਂ ਲੱਗਦਾ, ਜਿਸ ਇੰਸਟਾਲ ਕੀਤੀਆਂ ਜਾਂਦੀਆਂ ਨੇ। ਬਾਕੀ ਕਾਰਵਿੰਗ ਹੈ ਸਾਰੀ।
ਇੱਕ ਵਾਰੀ ਫੇਰ ਹਥਿਆਰ ਦੀ ਵਰਤੋਂ, ਗਨ ਦੀ ਵਰਤੋਂ ਕੀਤੀ ਹੋਈ ਹੈ। ਉੱਥੇ ਵੀ ਅਸੀਂ ਦੇਖ ਰਹੇ ਹਾਂ 2 ਬੰਦੂਕਾਂ ਆਪਸ ਦੇ ਵਿੱਚ ਭਿੜੀਆਂ ਹੋਈਆਂ ਨੇ। ਹਥਿਆਰਾਂ ਨੂੰ ਦਿਖਾ ਕੇ ਕੀ ਸ਼ੋਅ ਕਰਨਾ ਹੈ ਜਾਂ ਕੀ ਕਹਾਣੀ ਪਿੱਛੇ ਇਹਦੇ ਪਿੱਛੇ? ਐਕਚੁਅਲੀ ਨਾਨ ਵਾਇਲੈਂਸ ਹਥਿਆਰ ਨੇ ਇਹ। ਹਥਿਆਰ ਤਾਂ ਹੈ ਹੀ ਨੇ ਪਰ ਨਾਨ ਵਾਇਲੈਂਸ ਨੇ। ਇਸ ਨਾਨ ਵਾਇਲੈਂਸ ਕਿੱਦਾਂ ਇਹ ਹਥਿਆਰ ਬਣਿਆ ਹੋਇਆ? ਇਸ ਦੀ ਬੈਰਲ ਨੂੰ ਤੋੜਿਆ ਗਿਆ ਹੈ। ਠੀਕ ਹੈ। ਇਸ ਦੀ ਬੈਰਲ ਤੁਸੀਂ ਦੇਖੋਗੇ ਟੁੱਟੀ ਹੋਈ ਬਣਾਈ ਗਈ ਆ, ਤਾਂ ਨਾਨ ਵਾਇਲੈਂਸ ਆ। ਇੱਥੇ ਇਹੀ ਆ ਵੀ ਸੇਮ ਇਹੀ ਚੀਜ਼ ਆ ਵੀ ਸਾਨੂੰ ਇਸ ਨੂੰ ਬੰਨਣ ਦੀ ਜ਼ਰੂਰਤ ਹੈ, ਇਸ ਨੂੰ ਮੋੜਨ ਦੀ ਜ਼ਰੂਰਤ ਹੈ, ਇਸ ਨੂੰ ਤੋੜਨ ਦੀ ਜ਼ਰੂਰਤ ਆ। ਵੀ ਇਹਦੀ ਲੋੜ ਨਹੀਂ ਹੈ, ਲੋੜ ਨਹੀਂ ਹੈ ਸਾਨੂੰ ਇਸ ਦੀ। ਇਹਦੇ ਨਾਲ ਤਾਂ ਸਮਾਂ ਤਾਂ ਜ਼ਿਆਦਾ ਕ੍ਰਾਈਮਸ ਹੁੰਦੇ ਨੇ, ਜ਼ਿਆਦਾ ਲੜਾਈਆਂ ਹੁੰਦੀਆਂ ਨੇ ਇਸ ਨੂੰ ਲੈ ਕੇ। ਇਸ ਦੇ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੈਦਾ ਹੁੰਦੀਆਂ ਨੇ। ਅੱਜ ਅਸੀਂ ਸਾਡੇ ਆਪਣੇ ਪੰਜਾਬੀ ਕਲਚਰ ਦੇ ਵਿੱਚ ਵੀ ਦੇਖੀਏ ਤਾਂ ਗਨ ਦੇ ਸ਼ਬਦ ਯੂਜ਼ ਕੀਤੇ ਜਾਂਦੇ ਨੇ। ਤਾਂ ਗਨ ਨੂੰ ਅਸੀਂ ਉਹਦੇ ਵਿੱਚ ਗਨ ਨੂੰ ਕੀ ਲੈਂਦੇ ਨੇ? ਅਧੂਰੇ ਨੇ ਜੇ ਵਿੱਚ ਹਥਿਆਰ ਦਾ ਜ਼ਿਕਰ। ਹਾਂ, ਹਥਿਆਰਾਂ ਦੀ ਗੱਲ ਹੋ ਰਹੀ ਆ। ਉੱਥੇ ਨਾਨ ਵਾਇਲੈਂਸ ਦੀ ਕੋਈ ਗੱਲ ਹੀ ਨਹੀਂ ਹੋ ਰਹੀ, ਹਥਿਆਰਾਂ ਨੂੰ ਲੈ ਕੇ ਗੱਲ ਹੋ ਰਹੀ ਹੈ। ਵੱਡੀ ਗੱਲ ਇਹ ਕਿ ਭਗਤ ਸਿੰਘ ਨੂੰ ਵੀ ਯਾਦ ਕਰਦੇ ਆ ਤਾਂ ਹਰ ਕੋਈ ਬੰਦੂਕ ਵਾਲੀ ਤਸਵੀਰ ਆਪਣੀ ਗੱਡੀ ਤੇ ਪਿੱਛੇ ਛਪਾ ਕੇ ਬਿਲਕੁਲ ਲਾਉਂਦਾ। ਉਹ ਐਕਚੁਅਲੀ ਉਹਨਾਂ ਦਾ ਹਥਿਆਰ ਚੁੱਕਣ ਦਾ ਕੁਝ ਮਕਸਦ ਇਹ ਨਹੀਂ ਸੀ, ਇਦਾਂ ਦੇ ਮਕਸਦ ਨਹੀਂ ਸੀ ਉਹਨਾਂ ਦੇ। ਉਹਨਾਂ ਨੇ ਜੇਕਰ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ, ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦਾ ਮਤਲਬ ਉਹਨਾਂ ਦਾ ਇੱਕੋ ਹੀ ਇੱਕ ਸੀ ਵੀ ਸਾਨੂੰ ਦੁਨੀਆ ਸਾਡੇ ਤੇ ਫੋਕਸ ਹੋਵੇ, ਸਾਨੂੰ ਦੁਨੀਆ ਜਾਣੇ ਵੀ ਅਸੀਂ ਵੀ ਕੁਝ ਕਰ ਰਹੇ ਹਾਂ। ਤਾਂ ਉਹਨਾਂ ਦਾ ਮਕਸਦ ਹੀ ਇਹੀ ਸੀ। ਤਾਂ ਉਹ ਕਿਉਂਕਿ ਉਹਨਾਂ ਨੂੰ ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ, ਕੋਈ ਕਰ ਹੀ ਨਹੀਂ ਰਿਹਾ ਸੀ ਉਹਨਾਂ ਦੇ ਬਾਰੇ, ਨਾ ਕਿਤੇ ਨਿਊਜ਼ ਆ ਰਹੀ ਸੀ। ਉਹ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦਾ ਮਤਲਬ ਸੀ ਵੀ ਸਰਕਾਰ ਨੂੰ ਪਤਾ ਲੱਗੇ, ਸਾਡਾ ਨਿਊਜ਼ ਦੇ ਰਾਹੀਂ ਸਾਨੂੰ ਸਾਡਾ ਉਹ ਹੋਵੇ। ਤਾਂ ਉਸ ਤੋਂ ਬਾਅਦ ਹੀ ਅੰਗਰੇਜ਼ਾਂ ਨੂੰ ਉਸ ਚੀਜ਼ ਦਾ ਪਤਾ ਲੱਗਿਆ ਸੀ। ਪਿੱਛੇ ਆ 2 ਬੰਦੂਕਾਂ ਨੇ ਜਿਹੜੀਆਂ ਆਪਸ ਦੇ ਵਿੱਚ ਭਿੜੀਆਂ ਹੋਈਆਂ। ਇੱਥੇ ਵੀ 2 ਅਦਰਵਾਈਜ਼ ਤੁਸੀਂ ਦੇਖਦੇ ਹੋ ਇੱਥੇ ਗਨ ਦੀ ਗੱਲ ਕੀਤੀ ਆ, ਬਾਰਡਰ ਲਾਈਨ ਦੀ ਗੱਲ ਕੀਤੀ ਹੋਈ ਆ। ਤਾਂ ਬਾਰਡਰ ਲਾਈਨ ਦੇ ਉੱਤੇ 2 ਗੰਨਾਂ ਨੇ ਜਿਹੜੀਆਂ ਭਿੜ ਰਹੀਆਂ ਨੇ ਆਪਸ ਵਿੱਚ ਹੀ। ਤਾਂ ਦੋਨੇ ਗੰਨਾਂ ਜ਼ਖਮੀ ਨੇ, ਗਨਸ ਦੋਨੇ ਜ਼ਖਮੀ ਨੇ। ਇਸ ਦੇ ਵਿੱਚ ਦੋਨਾਂ ਦੇ ਗੋਲੀਆਂ ਲੱਗੀਆਂ ਨੇ, ਠੀਕ ਹੈ ਨਹੀਂ? ਤਾਂ ਜ਼ਖਮ ਤਾਂ ਦੋਨਾਂ ਪਾਸੇ ਹੀ ਨੇ, ਚਾਹੇ ਉਹ ਇੰਡੀਆ, ਚਾਹੇ ਪਾਕਿਸਤਾਨ ਆ, ਚਾਹੇ ਚਾਈਨਾ, ਚਾਹੇ ਇੰਡੀਆ। ਜ਼ਖਮੀ ਤਾਂ ਦੋਨੇ, ਕਿਉਂਕਿ ਫੀਲਿੰਗਸ ਤਾਂ ਇਨਸਾਨ ਦੀਆਂ ਦਿਲ ਦੀਆਂ ਜਿਹੜੀਆਂ ਫੀਲਿੰਗਸ ਨੇ ਜਾਂ ਦਿਲ ਆ, ਉਹ ਇੱਕੋ ਹੀ ਆ। ਫੀਲਿੰਗ ਤਾਂ ਉਹੀ ਲੈਂਦੇ ਨੇ ਨਾ। ਇੱਦਾਂ ਦਾ ਕੁਝ ਨਹੀਂ ਹੈ ਵੀ ਸਾਰੇ ਲੋਕੀ ਲੜਨਾ ਹੀ ਚਾਹੁੰਦੇ ਨੇ। ਤਾਂ ਫੌਜ ਦੇ ਵਿੱਚ ਵੀ ਇੱਦਾਂ ਦੇ ਲੋਕ ਨੇ, ਉਹ ਸਾਰੇ ਇਹ ਥੋੜ੍ਹੇ ਨੇ ਵੀ ਉਹਨਾਂ ਨੂੰ ਕਰਨੀ ਚਲਾਉਣੀ ਆ। ਅਕਸਰ ਉਹਨਾਂ ਦੀਆਂ ਵੀ ਤਾਂ ਫੀਲਿੰਗ ਨੇ। ਇਹ ਕੋਈ ਜ਼ਰੂਰੀ ਨਹੀਂ ਹੈ ਵੀ ਉਹ ਜੇ ਫੌਜ 'ਚ ਭਰਤੀ ਅੱਛਾ, ਬਾਰਡਰ ਦੀ ਤੁਸੀਂ ਤਸਵੀਰ ਦਿਖਾਈ ਹੋਈ ਹੈ। ਬਾਰਡਰ ਦੀ ਤਸਵੀਰ ਠੀਕ ਹੈ। ਹਾਂਜੀ। ਤਾਂ ਉਹਦੇ ਵਿੱਚ ਗੰਨਾਂ ਦੋਨੇ ਭਿੜਦੀਆਂ ਹੋਈਆਂ ਦਿਖਾਈਆਂ ਗਈਆਂ ਨੇ, ਦੋਨਾਂ ਨੂੰ ਜ਼ਖਮੀ ਦਿਖਾਇਆ ਗਿਆ। ਦੋਨਾਂ ਦੇ ਗੋਲੀਆਂ ਲੱਗੀਆਂ ਬਾਰਡਰ ਲਾਈਨ ਥੱਲੇ ਪੈਡੈਸਟਲ ਦੇ ਉੱਤੇ ਬਣੀ ਹੋਈ ਆ। ਤਾਂ ਉਹ ਪੈਡੈਸਟਲ ਦੀ ਦੋਨੇ ਸਾਈਡ ਹੀ ਜ਼ਖਮੀ ਨੇ, ਦੋਨਾਂ ਪਾਸੇ। ਸਾਰਾ ਦਿਨ ਤੁਹਾਡਾ ਇਹੀ ਕਲਾ ਕਰਦੇ, ਆਪਣੀ ਕਲਾ ਨੂੰ ਦਰਸਾਉਂਦੇ ਹੋਏ, ਕੋਈ ਨਾ ਕੋਈ ਸੁਨੇਹਾ ਦਿੰਦੇ ਹੋਏ ਗੁਜ਼ਰ ਜਾਂਦਾ? ਬਿਲਕੁਲ ਮੈਮ। ਕੁਛ ਨਾ ਕੁਛ ਮੀਨਸ ਆਈਡੀਆ ਆਉਂਦੇ ਰਹਿੰਦੇ ਨੇ, ਫਿਰ ਡਰਾਅ ਕਰ ਲਈਦਾ ਆਈਡੀਆ ਨੂੰ ਡਰਾਅ ਕਰਕੇ ਫਿਰ ਬਾਅਦ ਦੇ ਵਿੱਚ ਉਸ ਨੂੰ ਦੇਖੀਦਾ ਵੀ ਕਿਹੜੇ ਮੀਡੀਅਮ ਦੇ ਵਿੱਚ ਅਸੀਂ ਇਸ ਨੂੰ ਵਿਜ਼ੂਅਲ ਕਰਨਾ। ਪਿੱਛੇ ਇੱਕ ਹਥੌੜੀ ਹੈ, ਹਥੌੜੀ ਨੂੰ ਕਿੱਲਾਂ ਨੇ ਘੇਰਿਆ ਹੋਇਆ, ਘੇਰਾ ਪਾਇਆ ਹੋਇਆ। ਹਾਲਾਂਕਿ ਹਥੌੜੀ ਹਮੇਸ਼ਾ ਹਾਵੀ ਰਹੀ ਹੈ, ਕਿੱਲਾਂ ਤੇ ਰਾਜ ਕਰਦੀ ਰਹੀ ਹੈ, ਪਰ ਹਥੌੜੀ ਨੂੰ ਕਿੱਲਾਂ ਨੇ ਕਿਉਂ ਘੇਰ ਲਿਆ? ਐਕਚੁਅਲੀ ਤੁਸੀਂ ਸਹੀ ਕਿਹਾ ਵੀ ਹਥੌੜੀ ਆ ਜਿਹੜੀ ਕਿੱਲਾਂ ਦੇ ਉੱਤੇ ਹਮੇਸ਼ਾ ਰਾਜ ਕਰਦੀ ਆ, ਕਿੱਲਾਂ ਨੂੰ ਠੋਕਦੀ ਆਉਂਦੀ ਆ। ਪਰ ਇੱਥੇ ਮੇਰਾ ਇਹ ਸੀ ਵੀ ਕਿੱਲਾਂ ਨੇ ਹਥੌੜੀ ਨੂੰ ਘੇਰ ਲਿਆ, ਜੋ ਅਸੀਂ ਅੱਜ ਦੀ ਸਿਚੁਏਸ਼ਨ ਨੂੰ ਲੈ ਕੇ ਵੀ ਕਹਿ ਸਕਦੇ ਹਾਂ ਕਿ ਸਰਕਾਰ ਦੇ ਉੱਤੇ ਇਸ ਟਾਈਮ ਜੋ ਕਿਸਾਨੀ ਮੁੱਦਾ ਤਾਂ ਉਹ ਹੈਵੀ ਹੋ ਰਿਹਾ ਉਹਨਾਂ ਨੂੰ। ਅੱਛਾ, ਇਹ ਕਿੱਲ ਜਿਹੜੇ ਨੇ ਕਿਸਾਨ ਨੇ, ਹਥੌੜੀ ਜਿਹੜੀ ਹੈ ਉਹ ਹਕੂਮਤ ਹੈ ਇਸ ਟਾਈਮ ਦੇ ਰੂਲਰ ਨੇ, ਠੀਕ ਹੈ ਨਹੀਂ? ਬਾਕੀ ਜੋ ਉਸ ਦੇ ਨਾਲ ਵੀ ਜਿਹੜੀਆਂ ਹੋਰ ਹਥੌੜੀਆਂ ਮੀਨਸ ਹੋਰ ਲੋਕੀ ਨੇ, ਉਹ ਵੀ ਡੈਮੇਜ ਹੋ ਗਏ ਨੇ, ਉਹ ਵੀ ਮੁੜਦੇ ਹੋਏ ਦਿਖਾਏ ਨੇ, ਉਹ ਵੀ ਆਪਣੇ ਖਤਮ ਹੁੰਦੇ ਦਿਖਾਏ ਨੇ, ਠੀਕ ਹੈ ਨਹੀਂ? ਕਿਉਂਕਿ ਤੁਸੀਂ ਅਦਰਵਾਈਜ਼ ਦੇਖੋ ਤਾਂ ਕਈ ਸਟੇਟਾਂ ਦੇ ਵਿੱਚ ਤਾਂ ਹੁਣ ਇਹ ਚੀਜ਼ਾਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਸਾਰਾ ਕੁਝ ਪਤਾ ਹੀ ਲੱਗ ਜਾਏਗਾ, ਠੀਕ ਹੈ ਨਹੀਂ? ਇੱਕ ਕਲਾਕਾਰ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਡੀ ਸੋਚ ਮੁੱਕ ਜਾਂਦੀ ਹੈ। ਐਕਚੁਅਲੀ ਇਹ ਤਾਂ ਹੁਣ ਆਪਣੀ ਸੋਚ 'ਤੇ ਡਿਪੈਂਡ ਕਰਦਾ ਵੀ ਕਈ ਲੋਕੀ ਲਿਖਦੇ ਨੇ ਇਸ ਦੇ ਉੱਤੇ, ਹੈ ਨਾ? ਕੋਈ ਪੋਇਮਸ ਲਿਖਦਾ, ਕੋਈ ਸਟੋਰੀ ਬਣਾਉਂਦਾ, ਕੋਈ ਗੀਤ ਗਾ ਕੇ ਕਰਕੇ, ਠੀਕ ਆ, ਮਿਊਜ਼ਿਕ ਰਾਹੀਂ ਕੋਈ ਐਕਸਪ੍ਰੈਸ ਕਰਦਾ। ਅਤੇ ਮੇਰਾ ਜੋ ਆਰਟ ਆ ਵਿਜ਼ੂਅਲ ਆਰਟ ਆ, ਤਾਂ ਮੈਂ ਇਸ ਨੂੰ ਇੱਕ ਆਪਣੇ ਥੋਟ ਨੂੰ, ਆਪਣੀਆਂ ਫੀਲਿੰਗਸ ਨੂੰ ਵਿਜ਼ੂਅਲਾਈਜ਼ ਕਰਦਾ। ਇਹ ਸੱਚ ਹੈ ਕਿ ਇੱਕ ਜਿਹੜਾ ਸੱਚਾ ਕਲਾਕਾਰ ਹੁੰਦਾ ਉਹ ਮੋਹ ਮਾਇਆ ਤੋਂ ਬੜਾ ਦੂਰ ਹੋ ਜਾਂਦਾ ਹੈ। ਤੁਸੀਂ ਇਹਨੂੰ ਵਪਾਰ ਨਹੀਂ ਬਣਾਇਆ ਆਪਣੀ ਕਲਾ ਨੂੰ, ਤੁਸੀਂ ਸ਼ਾਇਦ ਦੁਨਿਆਵੀ ਜਿਹੜੀਆਂ ਚੀਜ਼ਾਂ ਨੇ ਦਿਖਾਵਿਆਂ ਤੋਂ ਬਹੁਤ ਦੂਰ ਹੋ। ਐਕਚੁਅਲੀ ਪਤਾ ਨਹੀਂ, ਜਾਂ ਤਾਂ ਉੱਧਰ ਨੂੰ ਜਾਈਦਾ ਵੀ ਆ ਪਰ ਵਾਪਸ ਆ ਜਾਈਦਾ। ਫਿਰ ਕੁਦਰਤੀ ਆ ਸਾਰਾ ਕੁਛ। ਜੇ ਅਦਰਵਾਈਜ਼ ਫਿਰ ਮੇਰੇ ਤੋਂ ਇਹ ਸਾਰਾ ਕੁਛ ਨਹੀਂ ਹੋਣਾ ਸੀ ਮੈਨੂੰ ਲੱਗਦਾ, ਕਿਉਂਕਿ ਮੈਂ 12 ਸਾਲ ਜੌਬ ਵੀ ਕੀਤੀ ਆ, ਮੈਂ ਟੀਚਿੰਗ ਲਾਈਨ 'ਚ ਟੀਚਿੰਗ ਕੀਤੀ ਆ ਮੈਂ 12 ਸਾਲ। ਮਾਸਟਰਸ ਕੀਤੀ ਫਾਈਨ ਆਰਟਸ ਦੀ? ਮਾਸਟਰ ਕੀਤੀ ਆ, ਡਬਲ ਮਾਸਟਰ ਆ ਮੇਰੀ ਫਾਈਨ ਆਰਟਸ ਦੇ ਵਿੱਚ। ਅਤੇ
ਜੇਕਰ ਮੈਨੂੰ ਵਪਾਰਕ ਰੂਪ ਇੱਧਰ ਨੂੰ ਚਲੇ ਜਾਂਦਾ ਸ਼ਾਇਦ ਮੈਂ ਇਹ ਸਾਰਾ ਕੁਝ ਨਹੀਂ ਕਰ ਪਾਉਂਦਾ। ਤਾਂ ਮੈਨੂੰ ਲੱਗਦਾ ਵੀ ਮੈਨੂੰ ਵਪਾਰਕ ਨਾਲੋਂ ਜੇਕਰ ਇਹ ਮੇਰੀਆਂ ਸਾਰੀਆਂ ਇੱਕ ਮੇਰੀ ਪ੍ਰੋਪਰਟੀ ਆ, ਤਾਂ ਇਹ ਚਲੋ ਮੇਰੇ ਟਾਈਮ ਨਹੀਂ ਹੈ ਤਾਂ ਮੇਰੀ ਅਗਲੀ ਜਨਰੇਸ਼ਨ ਦੇ ਨਾਲ ਇਹਨਾਂ ਚੀਜ਼ਾਂ ਦੀ ਵੈਲਿਊ ਜ਼ਰੂਰ ਰਹੇਗੀ। ਕਹਿੰਦੇ ਕਿ ਇੱਕ ਅਮੀਰ ਤੇ ਸਿਆਣਾ ਆਦਮੀ ਉਹ ਹੁੰਦਾ ਜੋ ਆਉਣ ਵਾਲੀਆਂ 3 ਪੀੜ੍ਹੀਆਂ ਦੇ ਲਈ ਕੁਝ ਛੱਡ ਕੇ ਜਾਵੇ। ਇਹ ਤਾਂ ਪਤਾ ਨਹੀਂ ਹੈ ਕੁਛ ਇੱਦਾਂ ਦਾ ਛੱਡ ਕੇ ਜਾਣ ਦਾ। ਇਹ ਜੋ ਤੁਹਾਡੀ ਕਲਾ ਹੈ ਇਹ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ, ਸਮਝਣਗੀਆਂ। ਇਹੀ ਬਹੁਤ ਵੱਡੀ ਚੀਜ਼ ਆ ਕਿ ਤੁਸੀਂ ਦੇਖੋ, ਤੁਸੀਂ ਆਏ ਹੋ ਤਾਂ ਤੁਸੀਂ ਮੇਰੀ ਇਸ ਕਲਾ ਕਰਕੇ ਆਏ ਹੋ ਮੇਰੇ ਕੋਲੇ, ਤਾਂ ਇਹ ਮੇਰੇ ਲਈ ਹੁਣ ਇਹ ਇੱਕ ਇੰਸਪੀਰੇਸ਼ਨ ਆ। ਮੈਂ ਇਸ ਇੰਸਪੀਰੇਸ਼ਨ ਤੋਂ ਯੂਜ਼ ਕਰਾਂਗਾ। ਮੈਂ ਅਗਲੇ ਸਕਲਪਚਰ ਦੇ ਵਿੱਚ ਮੇਰੀਆਂ ਫਾਰਮ ਚੇਂਜ ਹੋਣਗੀਆਂ ਕੁਛ ਇੱਦਾਂ ਦੀਆਂ। ਤਾਂ ਇਹ ਇੱਕ ਆਰਟਿਸਟ ਨੂੰ ਹੱਲਾਸ਼ੇਰੀ ਔਰ ਇੰਸਪੀਰੇਸ਼ਨ ਹੀ ਚਾਹੀਦੀ ਹੁੰਦੀ ਆ। ਤਾਂ ਮੈਨੂੰ ਲੱਗਦਾ ਇੰਸਪੀਰੇਸ਼ਨ ਉਸ ਨੂੰ ਜ਼ਿਆਦਾ ਹੌਸਲਾ ਦਿੰਦੀ ਹੈ ਕੰਮ ਕਰਨ ਦਾ। ਆਪਣੇ ਆਰਟ ਰਾਹੀਂ ਹੋਰ ਕੀ ਵਿਅਕਤ ਕਰਨਾ ਚਾਹੁੰਦੇ ਹੋ, ਜਾਂ ਇੱਕ ਕਿੱਦਾਂ ਦਾ ਇੱਕ ਮਾਸਟਰਪੀਸ ਲੈ ਕੇ ਆਉਣਾ ਚਾਹੁੰਦੇ ਹੋ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਉਹ ਆਰਟ ਮੂੰਹੋਂ ਬੋਲੇ, ਜਾਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਆਮ ਲੋਕ ਨੇ, ਉਹਨਾਂ ਤੱਕ ਉਹ ਛਾਪ ਛੱਡੇ? ਦੇਖੋ, ਕੰਟੈਂਪਰੇਰੀ ਤਾਂ ਇਹੀ ਹੈ ਵੀ ਜੇ ਕੰਟੈਂਪਰੇਰੀ ਕੰਸੈਪਟ ਦੇ ਉੱਤੇ ਕੰਮ ਕੀਤਾ ਜਾਂਦਾ ਹਰ ਵਾਰੀ, ਕਿਉਂਕਿ ਆਰਟ ਜ਼ਿਆਦਾਤਰ ਫੇਮਸ ਉਹੀ ਹੋਇਆ ਜਿਹੜਾ ਕੰਟੈਂਪਰੇਰੀ ਰਿਹਾ ਅੱਜ ਤੱਕ। ਤਾਂ ਇਹ ਹੋ ਸਕਦਾ ਵੀ ਅੱਗੇ ਕੰਟੈਂਪਰੇਰੀ ਕੁਛ ਇੱਦਾਂ ਦੇ ਸਕਲਪਚਰ ਵੀ ਮਾਈਂਡ ਦੇ ਵਿੱਚ ਇੱਦਾਂ ਦੇ ਥਾਟ ਇੱਦਾਂ ਦੀਆਂ ਹੈ ਨੇ ਜੋ ਮੈਂ ਡਰਾਇੰਗ ਕੀਤੇ ਹੋਏ ਨੇ। ਤਾਂ ਹੋ ਸਕਦਾ ਵੀ ਉਹ ਅਗਲੇ ਸਕਲਪਚਰ ਦੇ ਵਿੱਚ ਕੁਛ ਨਿਆ ਲੈ ਕੇ ਆਉਣ। ਕਦੀ ਐਗਜ਼ੀਬਿਸ਼ਨ ਲਗਾਉਣ ਦਾ ਆਫਰ ਆਇਆ ਹੋਏ, ਕਮਾਉਣ ਦਾ ਆਫਰ ਆਇਆ ਹੋਏ, ਲੱਖਾਂ ਕਰੋੜਾਂ ਦੀ ਕਿਸੇ ਨੇ ਬੋਲੀਆਂ ਲਾਈਆਂ ਹੋਣ ਤੁਹਾਡੇ? ਐਗਜ਼ੀਬਿਸ਼ਨ ਦੇ ਤਾਂ ਬਹੁਤ ਸਾਰੇ ਆਫਰ ਆਉਂਦੇ ਨੇ। ਹੁਣ PhD ਵੀ ਕਰਦੇ ਨੇ ਬੱਚੇ, ਕਈ ਉਹ ਆਉਂਦੇ ਨੇ ਮੇਰੇ ਕੋਲ PhD ਕਰਨ ਵਾਸਤੇ। ਅਤੇ ਉਹ ਜਿਸ ਤਰ੍ਹਾਂ ਪਟਿਆਲੇ ਯੂਨੀਵਰਸਿਟੀ ਤੋਂ ਬੱਚੇ ਆਉਂਦੇ ਨੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ 'ਚੋਂ, ਤਾਂ ਉਹ PhD ਕਰਦੇ ਨੇ ਸਾਡੇ ਕੰਮ ਦੇ ਉੱਤੇ ਕਰਦੇ ਨੇ। ਤਾਂ ਅੱਛਾ ਲੱਗਦਾ ਉਹ ਸਾਰੀ ਚੀਜ਼ਾਂ ਕੁਛ ਨਵਾਂ ਕੀਤਾ ਜਾਂ ਉਸ ਦੇ ਉੱਤੇ, ਕਿਉਂਕਿ ਕਮਰਸ਼ੀਅਲ ਦੇ ਉੱਤੇ ਤੁਹਾਡੇ ਕੋਲ ਇਹੋ ਜਿਹੇ ਲੋਕ ਨਹੀਂ ਆਉਣਗੇ। ਕਮਰਸ਼ੀਅਲ ਤਾਂ ਲੋਕੀ ਸੜਕ 'ਤੇ ਬੈਠੇ ਵੀ ਸਟੈਚੂ ਬਣਾਉਂਦੇ ਨੇ, ਠੀਕ ਹੈ ਨਹੀਂ? ਤਾਂ ਉਹਨਾਂ ਕੋਲੇ ਤਾਂ ਤੁਸੀਂ ਨਹੀਂ ਜਾਂਦੇ ਨਾ। ਫਿਰ ਇਹੀ ਚੀਜ਼ ਆ ਵੀ ਆਰਟਿਸਟ, ਸਿਰਫ ਉਹੀ ਲੋਕ ਆਰਟਿਸਟ ਕੋਲੇ ਆਉਣਗੇ ਜਿਸ ਦੇ ਕੋਲੇ ਸਾਰੀਆਂ ਚੀਜ਼ਾਂ ਹੋਣਗੀਆਂ। ਤਾਂ ਇਹੀ ਸਾਨੂੰ ਹੌਸਲਾ ਵੀ ਦਿੰਦੀਆਂ ਨੇ ਇਹ ਚੀਜ਼ਾਂ ਕੁਛ ਕਰਨ ਦਾ। ਬੇਸ਼ੱਕ ਸਾਨੂੰ ਉਹਨਾਂ ਤੋਂ ਕੁਛ ਨਹੀਂ ਮਿਲਦਾ, ਪੈਸਾ ਕੁਛ ਨਹੀਂ ਮਿਲਦਾ, ਪਰ ਉਹਦੇ ਨਾਲ ਇੱਕ ਹੌਸਲਾ, ਇੱਕ ਇੰਸਪੀਰੇਸ਼ਨ ਜੋ ਸਾਨੂੰ ਅੱਗੇ ਤੱਕ ਵਧਾਉਂਦੀ ਆ ਸਾਡੇ। ਪਰ ਇਸ ਜ਼ਿੰਦਗੀ ਦੀ ਰਫ਼ਤਾਰ ਦੇ ਵਿੱਚ ਦੌੜਨ ਦੇ ਲਈ ਪੈਸੇ ਦੀ ਲੋੜ ਤਾਂ ਹਰ ਵਿਅਕਤੀ ਨੂੰ ਹੁੰਦੀ ਹੈ। ਚਲੋ ਠੀਕ ਆ, ਮੰਨ ਲੈਂਦੇ ਆ, ਠੀਕ ਹੈ ਨਹੀਂ? ਪਰ ਉਹ ਥੋੜ੍ਹਾ ਬਹੁਤਾ ਕਈ ਵਾਰ ਕਮਰਸ਼ੀਅਲ ਕੰਮ ਆ ਵੀ ਜਾਂਦਾ, ਕਰ ਲਈਦਾ। ਕੁਛ ਟੀਮ ਵਰਕ ਆ, ਸਾਡੀ ਆਪਣੀ ਟੀਮ ਬਣੀ ਹੋਈ ਆ, ਤਾਂ ਟੀਮ ਦੇ ਵਿਚਕਾਰ ਕੰਮ ਕਰ ਲਈਦਾ। ਮੇਰੇ ਸਟੂਡੈਂਟਸ ਨੇ, ਇਹਨਾਂ ਨੂੰ ਬੁਲਾ ਕੇ ਅਸੀਂ ਕੰਮ ਕਰ ਲੈਂਦੇ ਹਾਂ। ਤਾਂ ਇਹ ਵੀ ਨਹੀਂ ਹੈ ਵੀ ਚਲੋ ਸਾਡਾ ਰੋਜੀ ਰੋਟੀ ਵੀ ਨਹੀਂ ਚੱਲਦਾ, ਇੱਦਾਂ ਨਹੀਂ ਹੈ। ਉਹ ਵੀ ਆ ਹੀ ਜਾਂਦਾ ਕੁਛ ਨਾ ਕੁਛ ਕਰਨ ਵਾਸਤੇ। ਜਾਂ ਕੁਛ ਇੱਦਾਂ ਦੇ ਪ੍ਰੇਮੀ ਵੀ ਹੁੰਦੇ ਨੇ ਜਿਹੜੇ ਸਾਡੇ ਆਰਟ ਨੂੰ ਵੀ ਖਰੀਦਦੇ ਨੇ। ਅਤੇ ਕੁਛ ਇੱਦਾਂ ਦੀ ਰੋਟੀਆਂ ਨੂੰ ਲੈ ਕੇ ਕੋਈ ਇੱਦਾਂ ਦੀ ਕਾਠ ਦੀਆਂ ਰੋਟੀਆਂ ਨੂੰ ਵੀ ਲੈ ਕੇ ਵੀ ਕੁਛ ਇੱਦਾਂ ਦਾ ਚੱਲ ਰਿਹਾ ਸਾਰਾ ਕੁਛ। ਕਈ ਕਿਹਾ ਹੋਇਆ ਕਿ ਅਸੀਂ ਖਰੀਦਣਾ ਚਾਹੁੰਦੇ। ਬਿਲਕੁਲ ਕਹਿੰਦੇ ਆ ਲੋਕੀ ਇਸ ਚੀਜ਼ ਨੂੰ ਵੀ ਅਸੀਂ ਕਿੰਨੀ ਕੀਮਤ ਕਹਿੰਦੇ ਨੇ ਕਾਠ ਦੀ ਰੋਟੀ? ਹਾਲਾਂਕਿ ਉਸਦੀ ਕੋਈ ਕੀਮਤ ਨਹੀਂ ਹੈ, ਪਰ ਫਿਰ ਵੀ ਲੋਕ ਕਿੰਨੀ ਕੀਮਤ? ਐਕਚੁਅਲੀ 1.5 ਲੱਖ ਤਾਂ ਉਸ ਦਾ ਲੱਗ ਚੁੱਕਿਆ ਵੀ 1.5 ਲੱਖ ਤੱਕ ਅਸੀਂ ਦੇ ਸਕਦੇ ਹਾਂ ਇਸ ਦਾ, ਕਾਠ ਦੀ ਰੋਟੀ ਦਾ। ਹਾਂਜੀ, ਅਤੇ ਉਹ ਦੇਖਾਂਗੇ ਹੁਣ ਵੀ ਉਸ ਨੂੰ। ਪਰ ਇਹ ਸਾਡੇ ਇਹ ਆ ਵੀ ਮੇਰੇ ਜਿਹੜੇ ਯਾਰ ਦੋਸਤ ਨੇ ਉਹ ਕਹਿੰਦੇ ਨੇ ਵੀ ਅਸੀਂ ਇਸ ਨੂੰ ਪਿੰਡ ਦੇ ਵਿੱਚ ਹੀ ਕਿਤੇ ਉੱਦਾਂ ਦਾ ਸੈਟਅਪ ਕਰਕੇ ਅਸੀਂ ਉੱਥੇ ਡਿਸਪਲੇ ਕਰਨਾ ਚਾਹੁੰਦੇ ਹਾਂ। ਅਤੇ ਉਹ ਮੇਰੇ ਲਈ ਜ਼ਿਆਦਾ ਅੱਛਾ ਹੋਏਗਾ, ਅਦਰਵਾਈਜ਼ ਇੱਦਾਂ ਦਾ ਕੁਛ ਬਣਦਾ। ਵੇਚਣਾ ਨਹੀਂ ਚਾਹੂੰਗਾ? ਵੇਚਣਾ ਜਾਂ ਫਿਰ ਵੇਚਣਾ ਨਹੀਂ, ਇਸ ਨੂੰ ਨਹੀਂ ਵੇਚਾਂਗਾ ਮੈਂ ਓਰੀਜਨਲ ਪੀਸ ਨੂੰ। ਅਤੇ ਹੋ ਸਕਦਾ ਵੀ ਮੈਂ ਬਣਾ ਕੇ ਦੇ ਦੇਵਾਂ ਇਸ ਤੋਂ ਪੀਸ ਉਹਨਾਂ ਨੂੰ ਜੀ। ਤਾਂ ਇਸ ਸਧਾਰਨ ਜਿਹੀ ਲੱਕੜ ਨੂੰ ਜੋ ਰੂਪ ਦੇ ਦਿੱਤਾ ਜਾਂਦਾ ਹੈ, ਜਸਵਿੰਦਰ ਸਿੰਘ ਮਹਿੰਦੀਪੁਰ ਆਪਣੀ ਕਲਾ ਦੇ ਰਾਹੀਂ ਇਸ ਸਧਾਰਨ ਜਿਹੀ ਲੱਕੜ ਨੂੰ ਕੁਝ ਅਜਿਹੇ ਰੂਪ ਦੇ ਦਿੰਦੇ ਨੇ ਕਿ ਉਹ ਕਹਾਣੀਆਂ ਬਣ ਜਾਂਦੀਆਂ ਨੇ। ਉਹ ਸਕਲਪਚਰਸ ਜਿਹੜੇ ਨੇ, ਉਹ ਮਾਸਟਰਪੀਸ ਜਿਹੜੇ ਨੇ, ਉਹਨਾਂ ਪਿੱਛੇ ਇੱਕ ਬੜੀ ਖੂਬਸੂਰਤ ਕਹਾਣੀ ਜੁੜ ਜਾਂਦੀ ਹੈ ਜੋ ਕਿਤੇ ਨਾ ਕਿਤੇ ਕੁਦਰਤ ਨੂੰ ਬਿਆਨ ਕਰਦੀ ਹੈ। ਤਾਂ ਇੰਨੀ ਖੂਬਸੂਰਤ ਕਲਾ ਤੇ ਇੰਨੀ ਖੂਬਸੂਰਤ ਸੋਚ ਜਿਸ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਪਿੰਡ ਮਹਿੰਦੀਪੁਰ ਦੇ ਵਿੱਚ ਇਹ ਆਰਟਿਸਟ ਜਸਵਿੰਦਰ ਸਿੰਘ ਜੀ ਰਹਿੰਦੇ ਨੇ ਤੇ ਆਪਣਾ ਜ਼ਿਆਦਾਤਰ ਸਮਾਂ ਇਸੇ ਤਰ੍ਹਾਂ ਆਪਣੀ ਕਲਾ ਨੂੰ ਦਰਸਾਉਣ ਦੇ ਲਈ ਬਤੀਤ ਕੀਤਾ ਜਾਂਦਾ ਹੈ। ਤੇ ਬਹੁਤ ਹੀ ਉਡੀਕ ਰਹੇਗੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਸੋਹਣੇ ਜਿਹੜੇ ਮਾਸਟਰਪੀਸ ਨੇ, ਸਕਲਪਚਰ ਨੇ, ਜਿਹੜੇ ਹੋਰ ਇੱਕ ਨਵੀਂ ਕਹਾਣੀਆਂ ਲੈ ਕੇ ਆਣ, ਇੱਕ ਨਵੇਂ ਸੁਨੇਹੇ ਲੈ ਕੇ ਆਣ ਤੇ ਦਰਸ਼ਕਾਂ ਤੱਕ ਅਸੀਂ ਉਹ ਪਹੁੰਚਾਈਏ। ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਬਹੁਤ ਸ਼ੁਕਰੀਆ ਡੇਲੀ ਪੋਸਟ ਔਰ ਮੈਮ, ਤੁਹਾਡਾ ਬਹੁਤ ਵੈਲਕਮ। ਜਦੋਂ ਵੀ ਮਰਜ਼ੀ ਆਓ ਸਟੂਡੀਓ ਦੇ ਵਿੱਚ ਮੇਰੇ 'ਚ, ਠੀਕ ਹੈ ਨਹੀਂ? ਥੈਂਕ ਯੂ। ਕੈਮਰਾਮੈਨ ਵਿੱਕੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਪਿੰਡ ਮਹਿੰਦੀਪੁਰ।